संत का मार्ग धर्म की पौड़ी को बड़ भागी पाए, कोट जन्म के किल विख नासै हर चरनी चित लाए। संतां महापुरुषां दा मार्ग धर्म की प्राप्ति हुंदा है ते इस परम पदवी नूं कोई भागां वाला ही ग्रहण कर पाउंदा है, ते जे कोई कठिन साधना करके इस परम पदवी नूं पा लैंदा है तां ओह धन हो जांदा है। बाणी विच संतां दी महिमा बारे बहुत ही उत्तम वचन फरमाए गए हैं। साध की शोभा का ना ही अंत, साध की शोभा सदा बयान। रविदास पणे जो जाने सो जान, संत अनंत है अंतर नाही। धूड़ संतन के चरण की सोई श्रेष्ठ है गांग, पापां की मल उतरे चढ़े नाम का रंग। सुन मीता नानक बिनवंता, साध जना की अचरज कथा। इन्हां संतां दी महिमा दा वर्णन कोई भी नहीं कर सकदा। इन्हां संतां ते भी उन्हां दे गुरु महाराज जी दी किरपा हुंदी है, जिस नाल ਉਹ परम पदवी ਨੂੰ ग्रहण करते हैं। अजिहे ही एक महान तपस्वी, महान समाज सुधारक, कुशल प्रबंधक, नीतिवान ते दलेर संत सन ब्रह्मलीन श्री 108 संत सुरिंदर दास जी, ਜਿਹੜੇ तपस्वी भी सन ते इन्हां उत्ते इन्हां दे गुरु महाराज जी दी नज़र भी सवली सी, जिस ने इन्हां नूं पारस बना दिता। इन्हां संतां ने बहुत ही सादगी भरिया जीवन बतीत किया, पर कारज बहुत ही उच्च पाए दे कीते जो सਦੀवी याद रहणगे। ब्रह्मलीन संत सुरिंदर दास जी का जन्म सत्कारयोग पिता पूर्ण चंद जी के गृह विखे सत्कारयोग माता करम कौर जी की कुखों पिंड गंगापुर कलां तहसील बिलासपुर जिला रामपुर यूपी विखे 8 फरवरी 1960 ਨੂੰ होया। इन्हां दा जद्दी पिंड अर्जनवाल जिला जलंधर है। आप 5 भरा श्रीमान चमन लाल जी, सरवण सिंह जी, मोहन लाल जी, सुरिंदर दास जी, हरवंश लाल जी ਅਤੇ 2 ਭੈਣਾਂ ਹਨ, श्रीमती सरजीत कौर ਤੇ सत्या देवी जी। आप जी ਦੇ पिता जी ਛੋਟੀ ਉਮਰ ਵਿੱਚ ਹੀ ਇਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਇਹ ਜਾਣਕਾਰੀ ਸੰਤਾਂ ਦੀ ਮਾਤਾ ਕਰਮ ਕੌਰ ਜੀ ਨੇ ਦਿੱਤੀ। ਉਹਨਾਂ ਦੱਸਿਆ ਕਿ ਸੰਤ ਸੁਰਿੰਦਰ ਦਾਸ ਜੀ ਦੀ ਲਗਨ ਬਚਪਨ ਤੋਂ ਹੀ ਪ੍ਰਭੂ ਭਗਤੀ ਵਿੱਚ ਜ਼ਿਆਦਾ ਸੀ ਤੇ ਉਹ ਅਕਸਰ ਕੰਮ ਕਰਦੇ ਸਮੇਂ ਵੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ। ਉਹਨਾਂ ਕਿਹਾ ਕਿ ਉਹਨਾਂ ਨੂੰ ਫਖਰ ਹੈ ਕਿ ਉਹਨਾਂ ਦਾ ਪੁੱਤਰ ਇੱਕ ਮਹਾਨ ਸੰਤ ਬਣਿਆ, ਜਿਸ ਨੇ ਡੇਰਾ ਸੱਚਖੰਡ ਬੱਲਾ ਨਾਲ ਜੁੜ ਕੇ ਪ੍ਰਭੂ ਬੰਦਗੀ ਦੇ ਨਾਲ ਸਮਾਜ ਸੁਧਾਰ ਦੇ ਕਾਰਜ ਵੀ ਕੀਤੇ। ਸੰਤਾਂ ਦੇ ਭਰਾ ਸਤਿਕਾਰਯੋਗ ਸਰਵਣ ਸਿੰਘ ਜੀ ਨੇ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹਨਾਂ ਦਾ ਧਿਆਨ ਪੜ੍ਹਾਈ ਵੱਲ ਘੱਟ ਤੇ ਪ੍ਰਭੂ ਬੰਦਗੀ ਵਿੱਚ ਜ਼ਿਆਦਾ ਰਹਿੰਦਾ। ਉਹ ਅਕਸਰ ਪ੍ਰਭੂ ਬੰਦਗੀ ਵਿੱਚ ਲੀਨ ਰਹਿੰਦੇ ਅਤੇ ਪਰਿਵਾਰ ਨਾਲ ਖੇਤਾਂ ਵਿੱਚ ਵੀ ਸਖਤ ਮਿਹਨਤ ਕਰਦੇ। ਉਹ ਗੁਰਬਾਣੀ ਨਾਲ ਜੁੜੇ ਤੇ ਹੋਰਾਂ ਨੂੰ ਬਾਣੀ ਨਾਲ ਜੁੜ ਕੇ ਜੀਵਨ ਸਫਲਾ ਕਰਨ ਦੀ ਪ੍ਰੇਰਨਾ ਦਿੱਤੀ। ਉਹ ਅਕਸਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕਰਨ ਜਾਂਦੇ ਤਾਂ ਸੁਣਨ ਵਾਲੇ ਕਹਿੰਦੇ ਕਿ ਇਹਨਾਂ ਦੀ ਆਵਾਜ਼ ਵਿੱਚ ਰਸ ਹੈ ਤੇ ਬਹੁਤ ਹੀ ਸ਼ੁੱਧ ਪਾਠ ਕਰਦੇ ਹਨ। ਸੰਗਤਾਂ ਇਹਨਾਂ ਨੂੰ ਬਹੁਤ ਹੀ ਪਿਆਰ ਕਰਦੀਆਂ ਸਨ। ਉਹਨਾਂ ਦਾ ਸਾਰਾ ਪਰਿਵਾਰ ਮਾਤਾ ਜੀ ਸਮੇਤ ਜੱਦੀ ਪਿੰਡ ਅਰਜਨਵਾਲ ਵਿਖੇ ਰਹਿੰਦਾ ਹੈ। ਸੰਤਾਂ ਦੇ ਸਾਰੇ ਪਰਿਵਾਰ ਨੇ ਸੰਤਾਂ ਬਾਰੇ ਗੱਲਬਾਤ ਕਰਦੇ ਹੋਏ ਕਿਹਾ, ਪਾਠ ਕਰਕੇ ਆਉਣਾ ਤਾਂ ਮੇਰੇ ਦਬਦਬ ਲੀੜੇ ਧੋਦੇ। ਮੈਂ ਕਿਹਾ ਪੜ੍ਹਨ ਜਾਣਾ, ਪਾਠ ਕਰਨ ਜਾਣਾ, ਫਿਰ ਪਾਠ ਵੀ ਕਰ ਲੈਣਾ ਤਾਂ ਪੜ੍ਹ ਵੀ ਲੈਣਾ, ਸਾਰੇ ਕੰਮ ਕਰ ਲੈਣੇ। ਪੜ੍ਹ ਵੀ ਲਿਆ ਉਹਨੇ, ਪਾਠ ਵੀ ਕਰ ਲਿਆ, ਘਰ ਦਾ ਵੀ ਕੰਮ ਕਰ। 7 ਪੜ੍ਹ ਕੇ ਤਾਂ ਫਿਰ ਇੱਧਰ ਨੂੰ ਆ ਗਏ। ਤਾਂ 2 ਵਾਰੀ ਮੈਂ ਇਹਨਾਂ ਨੂੰ ਦੇਖਣ ਆਈ ਇੱਧਰ, ਵੇ ਮੇਰਾ ਨਿਆਣਾ ਮੁੰਡਾ ਆ, ਮੈਂ ਦੇਖ ਕੇ ਆਈ ਹਾਂ ਵੀ ਕਿੱਧਰ ਚਲ ਗਿਆ। ਤਾਂ ਮੈਨੂੰ ਦੱਸਿਆ ਕਿਸੇ ਨੇ ਮੈਂ ਮਾਡਲ ਡਾਉਣਾ ਗੁਰਦੁਆਰਾ ਦਾ ਉੱਥੇ ਆ, ਫਿਰ ਉੱਥੋਂ ਨਹੀਂ ਮੈਨੂੰ ਲੱਭਾ। ਤਾਂ ਮੈਨੂੰ ਮੁੜ ਕੇ ਆ ਕੇ ਫਰੀਦ ਨਗਰੋਂ ਲੱਭਾ। ਯਾਰ ਮੈਂ ਯੂਪੀ ਦਾ ਆ। ਇੱਕ ਵਾਰ ਹੋਣੇ ਉਹਦਾ ਬਾਪ ਸੀਗਾ, ਉਹ ਮੇਰੇ ਕੁਛ ਜਦੋਂ ਇੰਨਾ ਕੁ ਲੈ ਕੇ ਆਈ। ਬਹੁਤ ਤਕਲੀਫ ਨਾ ਹੈ ਪਾਕਿਸਤਾਨ ਦਾ ਮਾਮਾ ਪੁੱਤ ਨਾ ਸੇ ਪਛਾਣਦੀਆਂ। ਅਗਲੇ ਮਾਮਾ ਨੂੰ ਵੀ ਛੱਡ ਆਏ ਸੀਗੇ।
ਜੇ ਆਇਆ ਪਾਠ ਵੀ ਕਰਦੇ ਸੀ ਤੇ ਪੜ੍ਹਦੇ ਵੀ ਸੀ। ਇਹ ਫਿਰ ਮੇਰੇ ਕੋਲੋਂ ਆਏ ਆ ਵੀ ਅਸੀਂ ਹੁਣ ਚੱਲੇ ਆ। ਜਦੋਂ ਇਹਨਾਂ ਕੋਲ ਖਰਚਾ ਮੁੱਕ ਜਾਂਦਾ ਸੀ, ਇੱਕ ਮੇਰੀ ਨਨਾਣ ਸੀਗੀ ਉਹਦੇ ਕੋਲੋਂ ਲੈ ਲੈਂਦੇ ਸੀ, ਇੱਕ ਮੇਰਾ ਭਰਾ ਸੀ ਮਹਰਦੀਪੁਰ ਉਹਨਾਂ ਕੋਲੋਂ ਖਰਚਾ ਦਿੰਦੇ, ਮੇਰੇ ਕੋਲ ਨਹੀਂ ਖਰਚਾ ਲੈਣ ਗਏ। ਇਹਨਾਂ ਕੋਲ ਲੈ ਕੇ ਖਰਚਾ ਤਾਂ ਕਰ ਲੈਂਦੇ ਨੇ। ਸਾਰੀ ਪੜ੍ਹਾਈ ਕੀਤੀ, ਸਾਰਾ ਕੰਮ ਕੀਤਾ, ਪੈਸੇ ਇੱਧਰੋਂ ਲੈ ਕੇ ਮੇਰੇ ਕੋਲ ਨਹੀਂ ਫਿਕਰ ਹੈ। ਪਾਕਿਸਤਾਨ ਚੋਂ ਸਾਡੇ ਮਾਤਾ ਜੀ ਆਏ ਸੀਗੇ ਜੀ। ਮਾਤਾ ਜੀ, ਪਿਤਾ ਜੀ, ਸਾਡੇ ਬੜੇ ਭਾਈ ਸੀਗੇ, ਉਹ ਕੁੱਛੜ ਲੈ ਕੇ ਸਾਡੇ ਮਾਤਾ ਜੀ ਆਏ ਸੀਗੇ। ਇਹ ਦੱਸਦੇ ਸੀਗੇ ਵੀ ਅਸੀਂ ਜਦੋਂ ਆਏ ਆ ਰਸਤੇ ਦੇ ਵਿੱਚ ਬਹੁਤ ਔਖੇ ਹੋ ਕੇ ਆਏ ਆ। ਇੱਕ ਛੋਟਾ ਜਿਹਾ ਰਸਤਾ ਹੁੰਦਾ ਸੀਗਾ, ਉਹਦੇ ਵਿੱਚ ਬਹੁਤ ਰਸ਼ ਹੁੰਦਾ ਸੀਗਾ ਵੀ ਮਾੜਾ ਜਿਹਾ ਵੀ ਇੱਧਰ ਉੱਧਰ ਨੂੰ ਹੋ ਜਾਂਦੇ ਸੀ ਤੇ ਗੋਲੀ ਮਾਰਨ ਤੱਕ ਦੇ ਹੋ ਜਾਂਦੇ ਕਿ ਸ਼ੂਟ ਕਰਨ ਦੇ ਚੱਕਰ 'ਚ ਹੋ ਜਾਂਦੇ ਸੀ। ਫਿਰ ਅਸੀਂ ਡਰਦੇ ਨਹੀਂ ਸੀ ਹੁੰਦੇ ਕਰਦੇ। ਕਾਰਨ ਕਰਾਉਣ ਦੀ ਗੱਲ ਹੈ ਵੀ ਅਰਜਨਵਾਲ ਆ ਗਏ। ਯੂਪੀ ਤੋਂ ਬਾਅਦ ਫਿਰ ਮਤਲਬ ਅਸੀਂ ਜਿੱਦਾਂ ਜਵਾਨ ਹੁੰਦੇ ਗਏ ਉੱਦਾਂ ਮਤਲਬ ਅਸੀਂ ਪੜ੍ਹਨੇ ਪਾਤਾ, ਸਾਨੂੰ ਪੜ੍ਹਨੇ ਪਾਤਾ। ਇਸ ਤੋਂ ਬਾਅਦ ਮੇਰੇ ਤੋਂ ਛੋਟੇ ਭਾਈ ਸਾਹਿਬ ਇਹ ਹੈਗੇ ਨੇ, ਇਹਨਾਂ ਦਾ ਨਾਮ ਮੋਹਨ ਲਾਲ ਜੀ ਆ। ਅਤੇ ਉਹਨਾਂ ਤੋਂ ਬਾਅਦ ਸਾਡੀਆਂ 2 ਭੈਣਾਂ ਵੀ ਹੈਗੀਆਂ ਆ। 2 ਭੈਣਾਂ ਹੈਗੀਆਂ, ਇਹ ਟੋਟਲ 5 ਭਰਾ ਸੀਗੇ। ਮਹਾਰਾਜ ਜੀ ਉਹਨਾਂ ਦੇ ਨਾਲ ਮਤਲਬ। ਅਤੇ ਫਿਰ ਮੈਂ ਇੱਕ ਦਿਨ ਮਹਾਰਾਜ ਜੀ ਉਹਨਾਂ ਨੂੰ ਪੁੱਛਿਆ ਜਿੱਦਾਂ ਜਵਾਨ ਹੁੰਦੇ ਗਏ ਵੀ ਤੁਸੀਂ ਉਹਨਾਂ ਦੇ ਨਾਲ ਇੱਕ ਹਰਦੇਵ ਨਾਂ ਦਾ ਬੰਦਾ ਸੀਗਾ, ਇਹ ਰੋਜ਼ ਚਿੱਟੇ ਕੱਪੜੇ ਪਾ ਕੇ ਅਤੇ ਇਹ ਜਾਂਦੇ ਸੀਗੇ। ਮੈਂ ਇੱਕ ਦਿਨ ਪੁੱਛ ਲਿਆ ਵੀ ਮੈਂ ਕਿਹਾ ਤੁਸੀਂ ਕਿੱਥੇ ਨੂੰ ਜਾਂਦੇ ਹੁੰਦੇ ਆ? ਅਤੇ ਉਹ ਕਹਿਣ ਲੱਗਾ ਵੀ ਮਤਲਬ ਅਸੀਂ ਮਤਲਬ ਜਾਂਦੇ ਆ ਅਖੰਡ ਪਾਠ ਕਰਨ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਪੜ੍ਹਦਾ ਤਾਂ ਮੈਂ ਆ, ਵੀ ਤੁਸੀਂ ਅਖੰਡ ਪਾਠ ਕਿੱਦਾਂ ਕਰਦੇ ਆ? ਇਹ ਤਾਂ ਬੱਚੇ ਛੋਟੇ ਆ, ਇੱਧਰ ਹੈਗੀ ਆ ਹਿੰਦੀ ਮੀਡੀਅਮ ਆ, ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਪੰਜਾਬੀ ਦੇ ਵਿੱਚ ਆ, ਮੈਂ ਹਿੰਦੀ ਮੀਡੀਅਮ ਪੜ੍ਹਦਾ ਹੈਗਾ ਆ, ਵੀ ਮੈਂ ਪੜ੍ਹਦਾ ਤਾਂ ਵੀ ਇਹ ਤਾਂ ਮਤਲਬ ਇੱਦਾਂ ਹੀ ਆ ਹਾਲੇ। ਅਤੇ ਉਹ ਕਹਿੰਦੇ ਬਹੁਤ ਸੋਹਣਾ ਪਾਠ ਕਰਦੇ ਆ, ਤਾਂ ਗੁਰਮੁਖੀ ਆ, ਬਹੁਤ ਸੋਹਣਾ ਪਾਠ ਕਰਦੇ। ਮੈਨੂੰ ਇਹ ਵੀ ਪਤਾ ਨਹੀਂ ਲੱਗਾ ਹੈਗਾ, ਜਿੱਦਾਂ ਕਹਿੰਦੇ ਦੀਵੇ ਥੱਲੇ ਹਨੇਰਾ, ਵੀ ਬਹੁਤ ਸੋਹਣਾ ਪਾਠ ਕਰਦੇ, ਵੀ ਕਿੱਥੋਂ ਪੜ੍ਹ ਗਏ ਇਹ, ਮਤਲਬ ਵੀ ਕਿੱਥੋਂ ਪੜ੍ਹ ਗਏ। ਚਲੋ ਹੌਲੀ ਉਸ ਤੋਂ ਬਾਅਦ ਇਹ ਪੜ੍ਹਦੇ ਵੀ ਰਹੇ ਅਤੇ ਇੱਕ ਦਿਨ ਮਤਲਬ ਇੱਥੇ ਹੀ ਹਾਲੇ ਪ੍ਰੈਜੈਂਟ ਬੰਦਾ ਆ, ਉਹਨੇ ਇਹ ਮਤਲਬ ਰਾਤ ਨੂੰ ਉੱਠ ਕੇ ਹਨੇਰੇ ਦੇ ਵਿੱਚ ਅੱਧੀ ਰਾਤ ਨੂੰ ਚਲੇ ਜਾਂਦੇ ਸੀਗੇ ਬਾਹਰ। ਮੈਂ ਜਿੱਦਾਂ ਇੱਥੇ ਮੇਰੀ ਹਵੇਲੀ ਥੋੜ੍ਹਾ ਦੂਰ ਆ, ਉੱਥੇ ਵੀ ਦੂਰ ਸੀਗੀ ਅਤੇ ਸਾਡਾ ਘਰ ਥੋੜ੍ਹਾ ਸਾਈਡ 'ਤੇ ਸੀਗਾ। ਅਤੇ ਇਹ ਮਹਾਰਾਜ ਜੀ ਮਤਲਬ ਉੱਥੋਂ ਉੱਠ ਕੇ ਚੱਲ ਜਾਂਦੇ ਸੀਗੇ। ਉੱਥੇ ਸਾਡੇ ਨਾਂ ਦਾ ਇੱਕ ਬਾਰਾਨਾ ਪੀਰ ਦੀ ਜਗ੍ਹਾ ਸੀ, ਅਤੇ ਉੱਧਰ ਜਾ ਕੇ ਉਹ ਜਗ੍ਹਾ ਕਾਫੀ ਕਾਬਲੇ ਤਾਰੀਫ ਸੀਗੀ, ਅਤੇ ਉੱਥੇ ਇਹ ਭਗਤੀ ਕਰਦੇ ਸੀਗੇ। ਮਹਾਰਾਜ ਦੀ ਦੇਣ ਹੈ। ਅਤੇ ਮਹਾਰਾਜ ਨੇ ਇੱਕ ਦਫਾ ਮੈਨੂੰ ਕਿਹਾ ਵੀ ਦੇਖੋ, ਜੇ ਅਸੀਂ ਇਸ ਲਾਈਨ 'ਚ ਆਏ ਹਾਂ ਅਤੇ ਸਾਨੂੰ ਹੁਣ ਮਤਲਬ ਇਸ ਲਾਈਨ 'ਚ ਟਿਕੇ ਰਹਿਣ ਦਿਓ। ਸਾਨੂੰ ਕੋਈ ਇਹ ਨਾ ਕਹੇ ਵੀ ਸਾਨੂੰ ਲਾਲਚ ਵਾਲੀ ਗੱਲ ਆ ਪਰਿਵਾਰ ਨੂੰ ਵੀ ਸਾਨੂੰ ਪੈਸੇ ਦੇਣਗੇ ਜਾਂ ਕੀ ਦੇਣਗੇ, ਇੱਦਾਂ ਦੀ ਤੁਸੀਂ ਭੁੱਲ ਜਾਓ। ਦੇਵਾਂਗੇ ਬਹੁਤ ਕੁਛ ਅਸੀਂ, ਕਿਉਂਕਿ ਦੇਵਾਂਗੇ ਬਹੁਤ ਕੁਛ। ਅੱਜ ਅਸੀਂ ਤੁਹਾਡੇ ਸਾਹਮਣੇ ਮਤਲਬ ਜਿਹੜੀ ਗੱਲ ਹੈ, ਉਹਨਾਂ ਨੇ ਕਿਹਾ ਅਸੀਂ ਇੱਦਾਂ ਆਸ਼ੀਰਵਾਦ ਦੇਵਾਂਗੇ, ਉਹਦੇ ਵਿੱਚ ਜੋ ਤੁਹਾਨੂੰ ਚਾਹੀਦਾ ਹੋਇਆ, ਜੋ ਸਾਡੀ ਵੀ ਇੱਛਾ ਹੋਈ, ਉਹ ਕੁਛ ਦੇਵਾਂਗੇ। ਅੱਜ ਤੁਹਾਡੇ ਸਾਹਮਣੇ, ਨਹੀਂ ਤਾਂ ਸਾਰੀ ਜ਼ਿੰਦਗੀ ਅਸੀਂ ਸਾਈਕਲ ਚਲਾਉਣ ਵਾਲੇ ਬੰਦੇ ਅੱਜ 2 ਗੱਡੀਆਂ ਰੱਖੀਆਂ ਸਾਡੇ ਘਰਾਂ ਦੇ ਵਿੱਚ। ਇਹ ਸਾਰਾ ਕੁਛ ਉਹਨਾਂ ਦੀ ਕਿਰਪਾ ਦੇ ਨਾਲ ਹੀ ਆ, ਨਹੀਂ ਤਾਂ ਅਸੀਂ ਕਿੱਥੋਂ ਮਤਲਬ ਮੈਂ 2 ਸਰਵਿਸਾਂ ਕੀਤੀਆਂ ਉਹਨਾਂ ਦੀ ਬਦੌਲਤੀ, ਉਹਨਾਂ ਦੇ ਆਸ਼ੀਰਵਾਦ ਦੇ ਨਾਲ। ਇਹ ਸਾਨੂੰ ਕਿਹਾ ਸੀਗਾ ਉਹਨਾਂ ਨੇ। ਛੋਟੇ ਜਿਹੇ ਹੁੰਦੇ ਸੀਗੇ ਜੀ, ਬਹੁਤ ਛੋਟੇ ਹੁੰਦੇ ਸੀਗੇ। ਜਿਸ ਵੇਲੇ ਅਸੀਂ ਯੂਪੀ ਨੂੰ ਗਏ ਹਾਂ, ਉੱਥੇ ਉਹਨਾਂ ਜ਼ਮੀਨਾਂ ਦੇ ਵਿੱਚ ਜਦੋਂ ਜ਼ਮੀਨ ਅਸੀਂ ਪੱਟੀ ਆ, ਦਰੱਖਤ ਹੁੰਦੇ ਸੀ ਬਹੁਤ ਤਗੜੇ, ਜਾਣੀ ਕਿ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਹੁੰਦੀ, ਇੰਨਾ ਸੰਘਣਾ ਜੰਗਲ ਹੁੰਦਾ ਸੀ। ਉਸ ਵੇਲੇ ਜਾਣੀ 5 ਮਾਲੇ ਅਸੀਂ ਕੱਸੀਆਂ ਖੁਆੜੀਆਂ ਦੇ ਨਾਲ ਉਹਨਾਂ ਜੰਗਲਾਂ ਨੂੰ ਪੱਟਦੇ ਹੁੰਦੇ ਸੀਗੇ। ਅਤੇ ਉਸ ਵੇਲੇ ਰੋਟੀ ਪਾਣੀ ਵੀ ਖਾਣ ਪੀਣ ਨੂੰ ਨਹੀਂ ਸੀ ਮਿਲਦਾ ਹੁੰਦਾ, ਕੋਈ ਚੀਜ਼ ਨਹੀਂ ਸੀ ਮਿਲਦੀ ਹੁੰਦੀ। ਜੇ ਉਹ 4-5 ਮਾਲੇ ਦੇ ਥੈਂ ਵੀ ਕਿਤੇ ਪੱਟ ਲੈਣਾ, ਉੱਥੇ ਅਸੀਂ ਕੋਈ ਚਰੀ ਜਾਂ ਕੋਈ ਮੱਕੀ ਜਾਂ ਕੋਈ ਚੀਜ਼ ਉੱਥੇ ਸਿੱਟ ਦੇਣੀ। ਕੁਝ ਸਮੇਂ ਬਾਅਦ ਉਹ ਖਾ ਪੀ ਲੈਣੀ। ਜਦੋਂ ਹੋਣੀ ਥੋੜ੍ਹੀ ਬਹੁਤ, ਜਾਂ ਕਿਤੇ ਗੰਨਾ ਗੁੰਨਾ ਜਾਂ ਕੋਈ ਹੋਰ ਕਿਸੇ ਚੀਜ਼, ਕਿਤੇ ਫਲ ਫਰੂਟ ਕਿਤੇ ਹੋਣਾ ਦਰੱਖਤਾਂ ਦਾ, ਉਹ ਛੱਤ ਲੈਣਾ। ਅਤੇ ਬਹੁਤ ਔਖੇ ਉਸ ਵੇਲੇ ਸਮੇਂ ਉਹ ਕੱਢਦੇ ਰਹੇ ਅਸੀਂ। ਅਤੇ ਬਾਕੀ ਉਹ ਛੋਟੀਆਂ ਕਾਹੀ ਪੰਨੀ ਹੋਣੀ, ਉੱਥੇ ਬਹੁਤ ਜ਼ਿਆਦਾ ਨਿੱਕੇ ਹੁੰਦੇ ਸੀ। ਅਤੇ ਇਹਨਾਂ ਨੇ ਸਾਨੂੰ ਜਿੱਦਾਂ ਕਿ ਵੀ ਆਪ ਕੱਚੀਆਂ ਕੁਹਾੜੀਆਂ ਦੇ ਨਾਲ ਉਹ ਜੰਗਲ ਪੱਟੀ ਜਾਣਾ, ਉਹ ਜਿੱਦਾਂ ਉਹ ਸਾਨੂੰ ਉੱਥੇ ਖੜ੍ਹੇ ਕਰ ਦੇਣਾ ਜੰਗਲ ਦੇ ਵਿੱਚ ਜਾਂ ਬਿਠਾ ਦੇਣਾ, ਉੱਥੇ ਜਾਨਵਰ ਘੁੰਮਦੇ ਫਿਰਦੇ ਰਹਿਣੇ।
ਤੇ ਉਸ ਵੇਲੇ ਅਸੀਂ ਜਾਣੀ ਕਿ ਇੱਦਾਂ ਦੇ ਧੰਦੇ ਉਹ ਕਰਦੇ ਰਹੇ ਕਿ ਸਾਡਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ ਕਿ ਅਸੀਂ ਸੰਤ ਸੁਰਿੰਦਰਦਾਸ ਜੀ ਮਹਾਰਾਜ ਜੀ ਦੇ ਪਰਿਵਾਰ ਵਿੱਚੋਂ ਹਾਂ, ਜਿਨ੍ਹਾਂ ਨੇ ਜਿੱਥੇ ਪ੍ਰਭੂ ਬੰਦਗੀ ਕਰਕੇ ਸੰਤ ਮੱਤ ਵਿੱਚ ਆਪਣਾ ਉੱਚਾ ਰੁਤਬਾ ਪਾਇਆ ਹੈ, ਉੱਥੇ ਸਮਾਜ ਵਿੱਚ ਸਮਾਜਿਕ ਕਾਰਜ ਕਰਕੇ ਸਮਾਜਿਕ ਚੇਤਨਾ ਅਤੇ ਧਾਰਮਿਕ ਚੇਤਨਾ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਹੈ। ਸੰਤ ਸੁਰਿੰਦਰਦਾਸ ਜੀ ਹੱਥੀਂ ਕਿਰਤ ਕਰਦੇ ਤੇ ਜ਼ਿਆਦਾ ਸਮਾਂ ਪ੍ਰਭੂ ਬੰਦਗੀ ਵਿੱਚ ਲਗਾਉਂਦੇ। ਇਹਨਾਂ ਦੀ ਇੱਛਾ ਸੀ ਕਿ ਕਿਸੇ ਪੂਰਨ ਸੰਤ ਦਾ ਲੜ ਫੜਿਆ ਜਾਵੇ ਜੋ ਮੈਨੂੰ ਸੇਧ ਦੇ ਕੇ ਸਹੀ ਮਾਰਗ ਤੇ ਤੋਰ ਕੇ ਮੰਜ਼ਿਲ ਤੱਕ ਪਹੁੰਚਾ ਸਕੇ। ਪਰ ਇਹਨਾਂ ਦੇ ਮਨ ਵਿੱਚ ਇੱਕ ਨਿਸ਼ਚਾ ਕੀਤਾ ਹੋਇਆ ਸੀ ਕਿ ਮੈਂ ਉਸ ਗੁਰੂ ਦੇ ਲੜ ਲੱਗਣਾ ਹੈ ਜੋ ਪਹਿਲਾਂ ਆ ਕੇ ਮੈਨੂੰ ਸਾਖਸ਼ਾਤ ਦਰਸ਼ਨ ਦੇਵੇ। ਬਸ ਇਸੇ ਇੱਕ ਉਡੀਕ ਵਿੱਚ ਉਹ ਪ੍ਰਭੂ ਬੰਦਗੀ ਵਿੱਚ ਲੀਨ ਰਹਿੰਦੇ। ਤੇ ਫਿਰ ਇੱਕ ਦਿਨ ਅਜੀਬ ਕੌਤਕ ਵਰਤਿਆ। ਸੰਤ ਸੁਰਿੰਦਰਦਾਸ ਜੀ ਖੇਤਾਂ ਵਿੱਚ ਕੰਮ ਕਰਨ ਉਪਰੰਤ ਆਰਾਮ ਕਰ ਰਹੇ ਸਨ ਤੇ ਉਹਨਾਂ ਦੀ ਸੁਰਤ ਅਕਾਲ ਪੁਰਖ ਨਾਲ ਲੱਗੀ ਹੋਈ ਸੀ। ਉਦੋਂ ਹੀ ਆਕਾਸ਼ ਵਿੱਚੋਂ ਇੱਕ ਪ੍ਰਕਾਸ਼ ਪੁੰਜ ਇਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਇਹ ਧਰਤੀ ਉੱਤੇ ਸਾਹਮਣੇ ਦੋ ਸੰਤ ਮਹਾਂਪੁਰਸ਼ਾਂ ਨੂੰ ਦੇਖ ਕੇ ਦੰਗ ਰਹਿ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਸੰਤ ਸੁਰਿੰਦਰਦਾਸ ਜੀ ਇਹਨਾਂ ਦਾ ਵਿਸ਼ੇਸ਼ ਸਤਿਕਾਰ ਕਰਦੇ, ਇਹ ਦੋਵੇਂ ਸੰਤ ਆਤਮਾਵਾਂ ਅਲੋਪ ਹੋ ਗਈਆਂ। ਇਸ ਘਟਨਾ ਤੋਂ ਬਾਅਦ ਸੰਤ ਬੇਚੈਨ ਰਹਿਣ ਲੱਗੇ। ਸਾਖਸ਼ਾਤ ਪ੍ਰਗਟ ਹੋਈਆਂ ਸੰਤ ਆਤਮਾਵਾਂ ਬਾਰੇ ਉਹਨਾਂ ਨੂੰ ਮਿਲਣ ਦੀ ਤਾਂਘ ਲੱਗੀ। ਇਸੇ ਤੜਫ ਵਿੱਚ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਸੰਤ ਮਹਾਂਪੁਰਸ਼ ਡੇਰਾ ਸੱਚਖੰਡ ਬੱਲਾ ਦੇ ਹਨ ਤੇ ਇਹ ਡੇਰਾ ਜਲੰਧਰ ਸ਼ਹਿਰ ਦੇ ਲਾਗੇ ਸਥਿਤ ਹੈ। ਤੇ ਫਿਰ ਕੀ ਸੀ, ਇੱਕ ਦਿਨ ਲੱਭਦੇ ਲਵਾਉਂਦੇ ਸੰਤ ਸੁਰਿੰਦਰਦਾਸ ਜੀ ਡੇਰਾ ਸੱਚਖੰਡ ਬੱਲਾ ਦੇ ਮੁੱਖ ਦੁਆਰ ਤੇ ਪਹੁੰਚ ਗਏ। ਡੇਰਾ ਸੱਚਖੰਡ ਬੱਲਾ ਦੇ ਗੱਦੀ ਨਸ਼ੀਨ ਸ਼੍ਰੀ 108 ਸੰਤ ਹਰੀਦਾਸ ਜੀ ਜਾਣ ਗਏ ਸਨ ਕਿ ਇੱਕ ਪਰਮ ਆਤਮਾ ਡੇਰੇ ਵੱਲ ਵੱਧਦੀ ਆ ਰਹੀ ਹੈ ਤੇ ਉਹ ਬਾਹਰ ਉਸ ਦੀ ਉਡੀਕ ਵਿੱਚ ਟਹਿਲ ਕਦਮੀ ਕਰ ਰਹੇ ਸਨ। ਉਹ ਸੰਤ ਸੁਰਿੰਦਰਦਾਸ ਜੀ ਨੂੰ ਵੇਖ ਕੇ ਬਹੁਤ ਖੁਸ਼ ਹੋਏ ਤੇ ਮੁੱਖ ਦੁਆਰ ਤੇ ਆ ਕੇ ਹੀ ਮਿਲੇ ਤੇ ਕਹਿਣ ਲੱਗੇ, ਚੰਗਾ ਹੋਇਆ ਤੁਸੀਂ ਆ ਗਏ। ਜਿਹੜੀ ਜਿੰਦ ਪ੍ਰੀਤਮ ਨੂੰ ਲੱਭਦੀ ਸੀ ਉਹ ਮਿਲਾਪ ਹੋ ਗਏ। ਦੋਵੇਂ ਸੰਤ ਰੂਹਾਂ ਗਦਗਦ ਹੋ ਉੱਠੀਆਂ। ਇਹ ਘਟਨਾ 1974 ਦੀ ਹੈ। ਇਸ ਤਰ੍ਹਾਂ ਸੰਤ ਸੁਰਿੰਦਰਦਾਸ ਜੀ ਡੇਰਾ ਸੱਚਖੰਡ ਬੱਲਾ ਦੇ ਪੱਕੇ ਸੇਵਾਦਾਰ ਬਣ ਗਏ ਤੇ ਇੱਥੇ ਬੜਮੁੱਲੀਆਂ ਸੇਵਾਵਾਂ ਦੇਣ ਲੱਗੇ। ਆਪ ਜੀ ਨੇ ਸ਼੍ਰੀ 108 ਸੰਤ ਹਰੀਦਾਸ ਜੀ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਤੇ ਡੇਰੇ ਦੇ ਕਾਰਜਾਂ ਵਿੱਚ ਬੜਮੁੱਲੀਆਂ ਸੇਵਾਵਾਂ ਨਿਰਸਵਾਰਥ ਹੋ ਕੇ ਅਰਪਿਤ ਕੀਤੀਆਂ। ਇਸ ਨਾਲ ਇਹ ਸੰਤਾਂ ਦੀ ਰੂਹ ਦੇ ਹੋਰ ਨੇੜੇ ਤੇੜੇ ਰਹਿਣ ਲੱਗੇ। ਇਹਨਾਂ ਵੇਖਿਆ ਕਿ ਸੰਤ ਸੁਰਿੰਦਰਦਾਸ ਜੀ ਕਾਫੀ ਹੁਸ਼ਿਆਰ ਹਨ ਤੇ ਇਹਨਾਂ ਦਾ ਬਾਣੀ ਨਾਲ ਬਹੁਤ ਲਗਾਵ ਹੈ। ਉਹਨਾਂ ਨੇ ਇਹਨਾਂ ਨੂੰ ਬਾਣੀ ਵਿੱਚ ਪਰਪੱਕਤਾ ਹਾਸਲ ਕਰਨ ਲਈ ਸੇਵਾ ਪੰਥੀ ਟਕਸਾਲ ਭਾਈ ਮਨੀ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਵਿਖੇ ਭੇਜਿਆ, ਜਿੱਥੇ ਆਪ ਜੀ ਨੇ ਗਿਆਨੀ ਕਿਰਪਾਲ ਸਿੰਘ ਜੀ ਪਾਸੋਂ ਗੁਰਬਾਣੀ ਅਤੇ ਧਾਰਮਿਕ ਵਿਦਿਆ ਦੀ ਸਿਖਲਾਈ ਪੂਰੇ 5 ਸਾਲ ਪ੍ਰਾਪਤ ਕੀਤੀ ਤੇ ਫਿਰ ਆਪ ਮੁੜ ਡੇਰਾ ਬੱਲਾ ਵਿਖੇ ਆ ਗਏ। ਨਾਨਕ
ਸਤਿਗੁਰਾਂ ਦੇ ਹੁਕਮ ਮੁਤਾਬਕ ਆਪ ਜੀ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਨਿਰਮਲਾ ਛਾਉਣੀ ਹਰਿਦੁਆਰ ਵਿਖੇ 1 ਸਾਲ ਸੇਵਾਵਾਂ ਦਿੱਤੀਆਂ। ਪਿੰਡ ਕੂਪਰ ਟੇਪਰ ਦੀਆਂ ਸੰਗਤਾਂ ਨੇ ਸੰਤ ਹਰੀਦਾਸ ਜੀ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਸਾਡੇ ਨਗਰ ਵਿੱਚ ਕੋਈ ਸੰਤ ਮਹਾਂਪੁਰਸ਼ ਪੱਕੇ ਤੌਰ ਤੇ ਭੇਜੋ ਜੋ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਸੱਚ ਦੇ ਮਾਰਗ ਤੇ ਤੋਰੇ। ਆਖਰ ਸੰਗਤਾਂ ਦੀ ਬੇਨਤੀ ਸੰਤਾਂ ਨੇ ਕਬੂਲ ਕੀਤੀ ਤੇ ਸੰਤ ਸੁਰਿੰਦਰ ਦਾਸ ਜੀ ਨੂੰ ਪਿੰਡ ਕੂਪਰ ਟੇਪਰ ਵਿਖੇ ਜਾਣ ਦਾ ਹੁਕਮ ਸੁਣਾਇਆ। ਆਪ ਸਤਿਗੁਰਾਂ ਦੇ ਹੁਕਮ ਮੁਤਾਬਕ ਅਪ੍ਰੈਲ 1980 ਵਿੱਚ ਕੂਪਰ ਟੇਪਰ ਵਿਖੇ ਇਸ ਅਸਥਾਨ ਤੇ ਆ ਗਏ, ਜਿਹੜਾ ਕਿ ਇੱਕ ਧਰਮਸ਼ਾਲਾ ਸੀ। ਉਦੋਂ ਆਪ ਜੀ ਦੀ ਉਮਰ ਮਹਿਜ 20 ਸਾਲ ਦੀ ਹੀ ਸੀ। ਸੰਤਾਂ ਨੇ ਇਸ ਅਸਥਾਨ ਨੂੰ ਹਿੰਮਤ ਅਤੇ ਦਲੇਰੀ ਦੇ ਨਾਲ ਸਖਤ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਾਇਆ ਕਿ ਇਹ ਅਸਥਾਨ ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਸਭਨਾਂ ਲਈ ਸਤਿਕਾਰ ਦੇ ਯੋਗ ਬਣ ਗਿਆ। ਇੱਥੇ ਹੀ ਸੰਤਾਂ ਨੇ ਪ੍ਰਭੂ ਬੰਦਗੀ ਲਈ ਇੱਕ ਭੋਰਾ ਸਾਹਿਬ ਵੀ ਤਿਆਰ ਕਰਵਾਇਆ ਤਾਂ ਜੋ ਇਕਾਂਤ ਵਿੱਚ ਪ੍ਰਭੂ ਨਾਲ ਪ੍ਰੀਤਾਂ ਜੋੜੀਆਂ ਜਾ ਸਕਣ। 6 ਫਰਵਰੀ 1982 ਨੂੰ ਸੰਤ ਹਰੀਦਾਸ ਜੀ ਬ੍ਰਹਮਲੀਨ ਹੋ ਗਏ ਤੇ ਸੰਤ ਗਰੀਬਦਾਸ ਜੀ ਨੇ ਡੇਰਾ ਸੱਚਖੰਡ ਬੱਲਾ ਦੀ ਬਾਗਡੋਰ ਸੰਭਾਲੀ। ਸੰਤ ਸੁਰਿੰਦਰ ਦਾਸ ਜੀ ਨੇ ਸੰਤ ਗਰੀਬਦਾਸ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਬ੍ਰਹਮਲੀਨ ਸੰਤ ਹਰੀਦਾਸ ਜੀ ਦੀ ਬਰਸੀ ਸੰਤ ਹਰੀਦਾਸ ਉਦਾਸੀਨ ਆਸ਼ਰਮ ਕੂਪਰ ਟੇਪਰ ਵਿਖੇ ਮਨਾਉਣ ਦੀ ਇਜਾਜ਼ਤ ਦਿੱਤੀ ਜਾਵੇ। ਮਹਾਂਪੁਰਸ਼ਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੋਈ। ਸੰਤ ਸੁਰਿੰਦਰ ਦਾਸ ਜੀ ਬ੍ਰਹਮਲੀਨ ਸੰਤ ਹਰੀਦਾਸ ਜੀ ਦੀ ਬਰਸੀ ਹਰ ਸਾਲ 7 ਫਰਵਰੀ ਨੂੰ ਹਰੀ ਮਾਨਵ ਏਕਤਾ ਸੰਤ ਸੰਮੇਲਨ ਦੇ ਨਾਂ ਤੇ ਡੇਰਾ ਸੱਚਖੰਡ ਬੱਲਾ ਦੇ ਮਹਾਂਪੁਰਸ਼ਾਂ ਦੀ ਸਰਪ੍ਰਸਤੀ ਹੇਠ ਮਨਾਉਂਦੇ ਆ ਰਹੇ ਹਨ, ਜਿਹੜੀ ਕਿ ਮਾਨਵ ਸਾਂਝੀਵਾਲਤਾ ਦਾ ਪ੍ਰਤੀਕ ਹੈ। ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਰ ਸੀਰ ਗੋਵਰਧਨਪੁਰ ਵਾਰਾਣਸੀ ਵਿਖੇ ਡੇਰਾ ਸੱਚਖੰਡ ਬੱਲਾ ਦੇ ਮਹਾਂਪੁਰਸ਼ਾਂ ਦੀ ਰਹਿਨੁਮਾਈ ਹੇਠ ਅਨੇਕਾਂ ਕਾਰਜਾਂ ਵਿੱਚ ਸੰਤ ਸੁਰਿੰਦਰ ਦਾਸ ਜੀ ਨੇ ਮੋਹਰੀ ਰੋਲ ਅਦਾ ਕੀਤਾ ਹੈ। ਮੰਦਰ ਦਾ ਕਬਜ਼ਾ ਲੈਣ ਸਮੇਂ ਵਿਰੋਧੀਆਂ ਨੇ ਸੰਤਾਂ ਨੂੰ ਟਾਰਗੇਟ ਕੀਤਾ ਤੇ ਕਈ ਤਰ੍ਹਾਂ ਦੇ ਤਸੀਹੇ ਵੀ ਦਿੱਤੇ, ਪਰ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਨਿਰਸਵਾਰਥ ਚੱਲਦੇ ਹੋਏ ਹਰ ਪਾਸੇ ਜਿੱਤ ਪ੍ਰਾਪਤ ਕਰਕੇ ਡੇਰਾ ਸੱਚਖੰਡ ਬੱਲਾ ਦੀ ਝੋਲੀ ਵਿੱਚ ਪਾਈ। ਇਸ ਸੰਘਰਸ਼ ਵਿੱਚ ਸੰਤਾਂ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ, ਪਰ ਇਹ ਅਡੋਲ ਰਹੇ ਤੇ ਆਪਣੇ ਨਿਸ਼ਾਨੇ ਵੱਲ ਵਧਦੇ ਗਏ। ਸ਼੍ਰੀ 108 ਸੰਤ ਗਰੀਬਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਹਨਾਂ ਕਾਰਜਾਂ ਵਿੱਚ ਸੰਤ ਸੁਰਿੰਦਰ ਦਾਸ ਜੀ ਦੇ ਨਾਲ ਸ਼੍ਰੀ ਭੋਲਾ ਰਾਮ ਜੀ ਵਾਈਸ ਚੇਅਰਮੈਨ ਅਤੇ ਸੰਤ ਪ੍ਰਦੀਪ ਦਾਸ ਜੀ ਦੀ ਅਹਿਮ ਭੂਮਿਕਾ ਰਹੀ। ਇਹਨਾਂ ਕਾਰਜਾਂ ਦੀ ਸੰਪੂਰਨਤਾ ਲਈ ਸਰਦਾਰ ਅਜੀਤ ਸਿੰਘ ਸੱਭਰਵਾਲ, ਸਰਦਾਰ ਜੋਗਿੰਦਰ ਸਿੰਘ ਬੱਬਰ, ਸਰਦਾਰ ਸਵਰਨ ਸਿੰਘ, ਸਰਦਾਰ ਸਤਨਾਮ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਗੁਰੂ ਕਾ ਬਾਗ ਵਾਰਾਣਸੀ ਅਤੇ ਕਬੀਰ ਚੌਰਾ ਅਸਥਾਨ ਦੇ ਮਹੰਤ ਗੰਗਾ ਸਰਨ ਸ਼ਾਸਤਰੀ ਜੀ, ਸੁੰਦਰਦਾਸ ਸ਼ਾਸਤਰੀ ਜੀ, ਹਰੀ ਸ਼ਰਨ ਸ਼ਾਸਤਰੀ ਜੀ ਆਦਿ ਦੀ ਵੀ ਵਿਸ਼ੇਸ਼ ਭੂਮਿਕਾ ਰਹੀ। 7 ਮੰਜ਼ਲਾ ਜਨਮ ਸਥਾਨ ਮੰਦਰ ਦੀ ਸ਼ੋਭਾ ਨੂੰ ਹੋਰ ਵਧਾਉਣ ਲਈ ਸੰਤ ਗਰੀਬਦਾਸ ਜੀ ਦੀ ਸਰਪ੍ਰਸਤੀ ਹੇਠ 7 ਅਪ੍ਰੈਲ 1994 ਨੂੰ ਮੁੱਖ ਗੁੰਬਦ ਦੇ ਉੱਤੇ 7 ਫੁੱਟਾ ਸੋਨੇ ਦਾ ਕਲਸ਼ ਸੁਸ਼ੋਭਿਤ ਕੀਤਾ ਗਿਆ, ਜਿਸ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਤੇ ਸ਼੍ਰੀ ਚਰਨਦਾਸ ਰੱਤੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਜੂਕੇ ਅਤੇ ਸ਼੍ਰੀ ਪਿਆਰ ਲਾਲ ਬੱਧਣ ਚੇਅਰਮੈਨ ਸੰਤ ਸਰਵਣਦਾਸ ਜੀ ਚੈਰੀਟੇਬਲ ਟਰਸਟ ਜੂਕੇ ਵੀ ਹਾਜ਼ਰ ਸਨ। ਇਹਨਾਂ ਨੇ ਇਸ ਕਲਸ਼ ਦੀ ਤਿਆਰੀ ਵਿੱਚ ਵਡਮੁੱਲੀਆਂ ਸੇਵਾਵਾਂ ਅਰਪਿਤ ਕੀਤੀਆਂ ਸਨ। ਜਨਮ ਸਥਾਨ ਮੰਦਰ ਵਾਰਾਣਸੀ ਵਿਖੇ ਪਹਿਲਾਂ ਸ਼੍ਰੀ 108 ਸੰਤ ਗਰੀਬਦਾਸ ਜੀ ਮਹਾਰਾਜ ਤੇ ਫਿਰ ਇਹਨਾਂ ਤੋਂ ਬਾਅਦ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਣਸੀ ਦੀ ਸਰਪ੍ਰਸਤੀ ਹੇਠ ਅਨੇਕਾਂ ਕਾਰਜ ਕਰਵਾਏ ਗਏ, ਜਿਨ੍ਹਾਂ ਵਿੱਚ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਸੰਤ ਸੁਰਿੰਦਰ ਦਾਸ ਜੀ ਹਰ ਕਾਰਜ ਵਿੱਚ ਸਹਿਯੋਗੀ ਭੂਮਿਕਾ ਨਿਭਾਉਂਦੇ ਰਹੇ ਹਨ। ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਚੈਰੀਟੇਬਲ ਟਰਸਟ ਰਜਿਸਟਰਡ ਸੀਰ ਗੋਵਰਧਨਪੁਰ ਵਾਰਾਣਸੀ ਦੇ ਚੇਅਰਮੈਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਨੇ ਸੰਤ ਰਾਮਾਨੰਦ ਜੀ ਨੂੰ ਅਤੇ ਸੰਤ ਸੁਰਿੰਦਰ ਦਾਸ ਜੀ ਨੂੰ ਟਰਸਟ ਦੇ ਵਾਈਸ ਚੇਅਰਮੈਨ ਬਣਾਇਆ। ਲੰਕਾ ਚੌਰਾਹਾ
ਵਾਰਾਣਸੀ ਵਿਖੇ ਸ੍ਰੀ ਗੁਰੂ ਰਵਿਦਾਸ ਗੇਟ ਦੀ ਉਸਾਰੀ ਵਿੱਚ ਵੀ ਸੰਤ ਸੁਰਿੰਦਰ ਦਾਸ ਜੀ ਦੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੀਆਂ ਅਹਿਮ ਸੇਵਾਵਾਂ ਰਹੀਆਂ ਹਨ। ਇਸ ਦੀ ਨੀਂਹ ਸ੍ਰੀ 108 ਸੰਤ ਨਿਰੰਜਨ ਦਾਸ ਜੀ, ਚੇਅਰਮੈਨ ਸ੍ਰੀ ਗੁਰੂ ਰਵਿਦਾਸ ਪਬਲਿਕ ਚੈਰੀਟੇਬਲ ਟਰੱਸਟ ਰਜਿਸਟਰਡ ਵਾਰਾਣਸੀ ਦੀ ਸਰਪ੍ਰਸਤੀ ਹੇਠ ਅਤੇ ਸੰਤ ਸੁਰਿੰਦਰ ਦਾਸ ਜੀ ਦੀ ਅਗਵਾਈ ਹੇਠ ਬਸਪਾ ਸੁਪਰੀਮੋ ਸਾਹਿਬ ਕਾਂਸ਼ੀ ਰਾਮ ਜੀ, ਕਬੀਰ ਚੌਰਾ ਪਾਵਨ ਸਥਾਨ ਦੇ 23ਵੇਂ ਮਹੰਤ ਗੰਗਾ ਸ਼ਰਨ ਸ਼ਾਸਤਰੀ ਜੀ ਅਤੇ ਮਿਸਤਰੀ ਕਰਨੈਲ ਸਿੰਘ ਨੰਬਰਦਾਰ ਆਬਾਦਪੁਰਾ ਨੇ ਸਾਂਝੇ ਤੌਰ ਤੇ ਰੱਖੇ ਤੇ ਇਸ ਨੂੰ ਮਿੱਥੇ ਸਮੇਂ ਵਿੱਚ ਦਿਨ ਰਾਤ ਕੰਮ ਕਰਕੇ ਸੰਤਾਂ ਨੇ ਸੰਪੂਰਨ ਕਰਵਾਇਆ। ਇਸ ਗੇਟ ਦੀ ਉਸਾਰੀ ਸਮੇਂ ਵੀ ਕਾਫੀ ਉੜਕੇ ਪਏ। ਇੱਕ ਵਾਰ ਤਾਂ ਸੰਤਾਂ ਨੂੰ ਸਿਖਰ ਦੁਪਹਿਰ ਸੜਕ ਤੇ ਧਰਨਾ ਵੀ ਦੇਣਾ ਪਿਆ, ਤਾਂ ਪ੍ਰਸ਼ਾਸਨ ਨੇ ਇਸ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ। ਇਸ ਗੇਟ ਦਾ ਉਦਘਾਟਨ ਤਤਕਾਲੀਨ ਰਾਸ਼ਟਰਪਤੀ ਸ਼੍ਰੀ KR ਨਾਰਾਇਣ ਨੇ 16 ਜੁਲਾਈ 1998 ਨੂੰ ਕੀਤਾ। ਇਸ ਸਮਾਗਮ ਦੀ ਸਰਪ੍ਰਸਤੀ ਸ਼੍ਰੀ 108 ਸੰਤ ਨਿਰੰਜਨ ਦਾਸ ਜੀ, ਗੱਦੀ ਨਸ਼ੀਨ ਅਤੇ ਚੇਅਰਮੈਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ ਨੇ ਕੀਤੀ। ਇਸ ਕਾਰਜ ਵਿੱਚ ਅਮਰਸ਼ੀਰ ਸੰਤ ਰਾਮਾਨੰਦ ਜੀ ਅਤੇ ਬਸਪਾ ਸੁਪਰੀਮੋ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਸ਼ੇਸ਼ ਭੂਮਿਕਾ ਰਹੀ। ਪੂਰੇ ਵਿਸ਼ਵ ਦੀਆਂ ਸੰਗਤਾਂ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਸ੍ਰੀ ਗੋਵਰਧਨਪੁਰ ਵਾਰਾਣਸੀ ਪ੍ਰਤੀ ਪੂਰਨ ਸ਼ਰਧਾ ਤੇ ਸਨੇਹ ਬਣਿਆ ਹੋਇਆ ਹੈ। ਇਸੇ ਸਨੇਹ ਨੂੰ ਬਰਕਰਾਰ ਰੱਖਦੇ ਹੋਏ ਯੂਰਪ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਸਵਰਨ ਪਾਲਕੀ ਤਿਆਰ ਕਰਵਾਈ ਗਈ, ਜਿਸ ਨੂੰ ਡੇਰਾ ਸੱਚਖੰਡ ਬੱਲਾਂ ਤੋਂ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਨੇ 16 ਫਰਵਰੀ 2008 ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਰਵਾਨਾ ਕੀਤਾ ਅਤੇ ਇਸ ਦਾ ਉਦਘਾਟਨ 21 ਫਰਵਰੀ 2008 ਨੂੰ ਸਤਿਗੁਰਾਂ ਦੇ 631ਵੇਂ ਪ੍ਰਕਾਸ਼ ਪੁਰਬ ਮੌਕੇ ਤਤਕਾਲੀਨ ਮੁੱਖ ਮੰਤਰੀ ਯੂਪੀ ਭੈਣ ਕੁਮਾਰੀ ਮਾਇਆਵਤੀ ਜੀ ਨੇ ਸੰਤ ਸਮਾਜ ਦੀ ਹਾਜ਼ਰੀ ਵਿੱਚ ਕੀਤਾ। ਇਸ ਕਾਰਜ ਵਿੱਚ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ, ਅਮਰ ਸ਼ਹੀਦ ਸੰਤ ਰਾਮਾਨੰਦ ਜੀ ਤੇ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਦੀ ਅਹਿਮ ਭੂਮਿਕਾ ਰਹੀ ਹੈ। ਇਸ ਸਵਰਨ ਪਾਲਕੀ ਨਾਲ ਗੁਰੂ ਦਰਬਾਰ ਦੀ ਸ਼ੋਭਾ ਨੂੰ ਚਾਰ ਚੰਨ ਲੱਗੇ। ਸੰਤ ਰਾਮਾਨੰਦ ਜੀ ਦਾ ਸੰਕਲਪ ਸੀ ਕਿ ਇਸ ਜਨਮ ਸਥਾਨ ਮੰਦਰ ਨੂੰ ਸੋਨੇ ਵਿੱਚ ਮੜਾਇਆ ਜਾਵੇ ਤੇ ਇਸ ਦੀ ਸ਼ੁਰੂਆਤ ਕਰਦੇ ਹੋਏ 9 ਫਰਵਰੀ 2009 ਨੂੰ ਮੁੱਖ ਗੁੰਬਦਾਂ ਨੂੰ ਸੋਨੇ ਵਿੱਚ ਮੜਾਇਆ, ਜੋ ਲੜੀ ਅੱਜ ਵੀ ਚੱਲ ਰਹੀ ਹੈ। ਡੇਰਾ ਸੱਚਖੰਡ ਬੱਲਾਂ ਵੱਲੋਂ ਸਤਿਗੁਰਾਂ ਦੇ ਜਨਮ ਸਥਾਨ ਮੰਦਰ ਸ੍ਰੀ ਗੋਵਰਧਨਪੁਰ ਵਾਰਾਣਸੀ ਵਿਖੇ ਸਮਾਜ ਪ੍ਰਤੀ ਅਨੇਕਾਂ ਕਾਰਜ, ਅਨੇਕਾਂ ਸਤੰਭ ਉਸਾਰੇ ਗਏ, ਜਿਨ੍ਹਾਂ ਵਿੱਚ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਅਤੇ ਉਹਨਾਂ ਦੇ ਸਹਿਯੋਗੀ ਸੰਤ ਰਾਮਾਨੰਦ ਜੀ ਤੇ ਸੰਤ ਸੁਰਿੰਦਰ ਦਾਸ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। तेरी दीद कर दिल दरिया हो गया, तेरी दीद कर, तेरी दीद कर दिल दरिया हो गया, तेरी दीद कर, तेरी दीद कर दिल दरिया हो गया, तेरी दीद कर, तेरी नदी दियां लहरां फुटे मन विच चा, लगे धरती ना पैर गुरु कर गया। जिवें नदी दियां लहरां फुटे मन विच चा, लगे धरती ना पैर गुरु कर गया। साडे मन दे यखीरे वैराग हो गया, तेरी दीद कर, तेरी दीद कर दिल दरिया
ਉਮੀਦ ਕਰ। ਮੇਰੀ ਮੁੱਦਤਾਂ ਦੀ ਲੱਗੀ ਹੋਈ ਪਿਆਸ ਬੁਝ ਗਈ, ਮੈਂ ਤਾਂ ਪਿਆ ਦੇ ਪਿਆਰ ਦਿਨ ਰਾਤ ਰੁੱਝ ਗਈ। ਮੇਰੀ ਮੁੱਦਤਾਂ ਦੀ ਲੱਗੀ ਹੋਈ ਪਿਆਸ। ਸੰਤ ਸੁਰਿੰਦਰ ਦਾਸ ਜੀ ਨੇ ਹਮੇਸ਼ਾ ਮੋਹ ਮਾਇਆ ਤੇ ਸਵਾਰਥ ਨੂੰ ਤਿਆਗ ਕੇ ਆਪਣੇ ਸਤਿਗੁਰਾਂ ਦੀ ਆਗਿਆ ਅਨੁਸਾਰ ਸੇਵਾਵਾਂ ਨਿਭਾਈਆਂ। ਆਪ ਇੱਕ ਕੁਸ਼ਲ ਪ੍ਰਸ਼ਾਸਕ ਤੇ ਪ੍ਰਬੰਧਕ ਸਨ। ਜਦ ਵੀ ਕੋਈ ਕਾਰਜ ਕਰਦੇ ਤਾਂ ਉਸ ਦੀ ਆਰੰਭਤਾ ਤੋਂ ਪਹਿਲਾਂ ਉਸ ਦੇ ਹੇਠਲੇ ਪੱਧਰ ਤੱਕ ਦੀ ਤਿਆਰੀ ਕਰਦੇ। ਇਸੇ ਕਰਕੇ ਉਹਨਾਂ ਵੱਲੋਂ ਆਰੰਭੇ ਕਾਰਜ ਬਹੁਤ ਹੀ ਸੁਚੱਜੇ ਢੰਗ ਨਾਲ ਸਫਲਤਾ ਹਾਸਲ ਕਰ ਲੈਂਦੇ। ਆਪ ਬਹੁਤ ਹੀ ਮਿੱਠ ਬੋਲੜੇ ਤੇ ਹਰ ਕਿਸੇ ਨੂੰ ਆਪਣਾ ਬਣਾਉਣ ਦੇ ਸਮਰੱਥ ਸੰਤ ਸਨ। ਜਿੱਥੇ ਕਿਤੇ ਵੀ ਕਿਸੇ ਕਾਰਜ 'ਚ ਖੜੋਤ ਆਉਂਦੀ ਤਾਂ ਡੇਰਾ ਸੱਚਖੰਡ ਵੱਲਾਂ ਵੱਲੋਂ ਇਹਨਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ। ਇਹ ਇੱਕ ਅਜਿਹੇ ਕ੍ਰਾਂਤੀਕਾਰੀ ਸੰਤ ਸਨ ਜਿਹੜੇ ਇੱਕ ਦਫ਼ਤਰ ਦੇ ਅਫਸਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਮਿਲਣ ਦੀ ਸਮਰੱਥਾ ਰੱਖਦੇ ਸਨ। ਆਪ ਜੀ ਦੀ ਸ਼ਖਸੀਅਤ ਤੇ ਪ੍ਰਭਾਵ ਹੀ ਵਿਲੱਖਣ ਕਿਸਮ ਦਾ ਸੀ ਜੋ ਮਿਲਣ ਵਾਲੇ ਤੇ ਗਹਿਰਾ ਅਸਰ ਕਰਦਾ ਸੀ। ਇਹਨਾਂ ਨੂੰ ਹਰ ਕੰਮ ਬਾਰੇ ਜਾਣਕਾਰੀ ਸੀ। ਕੰਮ ਕਰਨ ਦੇ ਢੰਗ, ਕੰਮ ਕਰਵਾਉਣ ਦੇ ਢੰਗ ਪ੍ਰਤੀ ਪੂਰੀ ਜਾਗਰੂਕਤਾ ਹਾਸਲ ਸੀ। ਇਸੇ ਕਰਕੇ ਹਰ ਕੋਈ ਇਹਨਾਂ ਦਾ ਪ੍ਰਭਾਵ ਕਬੂਲਦਾ। ਤੁਗਲਕਾਬਾਦ ਦਿੱਲੀ ਵਿਖੇ ਗੁਰੂ ਰਵਿਦਾਸ ਜੀ ਦੇ ਮੰਦਰ ਦੇ ਮਸਲੇ ਵਿੱਚ ਵੀ ਸੰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਕਰੋਨਾ ਕਾਲ ਵਿੱਚ ਹੀ ਇਹਨਾਂ ਨੇ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੀ ਆਗਿਆ ਅਨੁਸਾਰ ਸਰਕਾਰ ਪਾਸੋਂ ਸਾਰੀ ਨਿਸ਼ਾਨਦੇਹੀ ਕਰਵਾਈ। ਸੰਗਤਾਂ ਦੀ ਸੁਵਿਧਾ ਲਈ ਸੰਤ ਸੁਰਿੰਦਰ ਦਾਸ ਜੀ ਨੇ ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਦਾ ਨੀਂਹ ਪੱਥਰ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਵੱਲਾਂ ਦੇ ਕਰ ਕਮਲਾਂ ਨਾਲ 28 ਫਰਵਰੀ 2004 ਨੂੰ ਰਖਵਾਇਆ, ਜਿਹੜਾ ਕਿ 2007 ਵਿੱਚ ਬਣ ਕੇ ਤਿਆਰ ਹੋਇਆ। ਇਸ ਆਸ਼ਰਮ ਨੂੰ ਡੇਰਾ ਸੱਚਖੰਡ ਵੱਲਾਂ ਤੋਂ ਬਰੋਸਾਇਆ ਹੋਇਆ ਆਸ਼ਰਮ ਕਹਿੰਦੇ ਹਨ ਤੇ ਸੰਤਾਂ ਨੂੰ ਡੇਰਾ ਸੱਚਖੰਡ ਵੱਲਾਂ ਤੋਂ ਬਰੋਸਾਏ ਹੋਏ ਸੰਤ। ਭੂਪਤਵਾੜਾ ਹਰਿਦੁਆਰ ਵਿਖੇ ਸੰਤ ਹਰੀਦਾਸ ਜੀ ਉਦਾਸੀਨ ਧਾਮ ਦੀ ਸਥਾਪਨਾ ਕੀਤੀ ਗਈ, ਜਿਸ ਨਾਲ ਹਰਿਦੁਆਰ ਜਾਣ ਵਾਲੀਆਂ ਸੰਗਤਾਂ ਨੂੰ ਵਿਸ਼ੇਸ਼ ਸੁਵਿਧਾ ਮਿਲ ਰਹੀ ਹੈ। ਡੇਰਾ ਸੰਤ ਸਖੀਨਾਥ ਜੀ ਡਾਢਾ ਹੁਸ਼ਿਆਰਪੁਰ ਵਿਖੇ ਸੰਤ ਸੁਰਿੰਦਰ ਦਾਸ ਜੀ ਨੇ ਵਿਸ਼ੇਸ਼ ਕਾਰਜ ਕਰਦਿਆਂ ਜਿੱਥੇ ਇੱਕ ਫਾਰਮ ਬਣਾਇਆ, ਉੱਥੇ ਨਾਲ ਹੀ ਇੱਕ ਸਾਸਾਂ ਘਰ ਦਾ ਵੀ ਨਿਰਮਾਣ ਕੀਤਾ। ਸੰਗਤਾਂ ਦੀ ਰਿਹਾਇਸ਼ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਸੰਤ ਗਰੀਬਦਾਸ ਜੀ ਉਦਾਸੀਨ ਭਵਨ ਦੀ ਉਸਾਰੀ ਕਰਵਾਈ, ਜਿਸ ਦਾ ਉਦਘਾਟਨ 5 ਦਸੰਬਰ 2020 ਨੂੰ ਸੰਤ ਨਿਰੰਜਨ ਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇੱਥੇ ਹੀ ਸੰਤਾਂ ਨੇ ਬ੍ਰਹਮਲੀਨ ਹੋਣ ਤੋਂ ਕੁਝ ਦਿਨ ਪਹਿਲਾਂ ਯਾਦਗਾਰੀ ਹਾਲ ਦੀ ਉਸਾਰੀ ਕਰਦਿਆਂ ਲੈਂਟਰ ਪਵਾ ਦਿੱਤਾ, ਜਿਸ ਨੂੰ ਉਹਨਾਂ ਦੇ ਚੇਲੇ ਤੇ ਮੌਜੂਦਾ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਨੇ ਪੂਰਾ ਕਰਵਾਇਆ ਤੇ ਇਸ ਦਾ ਨਾਮ ਬ੍ਰਹਮਲੀਨ ਸ਼੍ਰੀ 108 ਸੰਤ ਸੁਰਿੰਦਰ ਦਾਸ ਜੀ ਯਾਦਗਾਰੀ ਹਾਲ ਰੱਖਿਆ। ਇਸ ਹਾਲ ਦਾ ਉਦਘਾਟਨ 27 ਨਵੰਬਰ 2021 ਨੂੰ ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਵੱਲਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਵਾਰਾਣਸੀ ਵਿਖੇ ਜੋ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਸੁੰਦਰੀਕਰਨ ਵਿਸਥਾਰੀਕਰਨ ਦਾ ਕੰਮ ਚੱਲ ਰਿਹਾ ਹੈ, ਉਸ ਵਿੱਚ ਵੀ ਸੰਤ ਸੁਰਿੰਦਰ ਦਾਸ ਜੀ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਇਸ ਸੁੰਦਰੀਕਰਨ ਤੇ ਵਿਸਥਾਰੀਕਰਨ ਪ੍ਰੋਜੈਕਟ ਦੀ ਨੀਂਹ ਪ੍ਰਧਾਨ ਮੰਤਰੀ ਭਾਰਤ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਨੇ 19 ਫਰਵਰੀ 2019 ਨੂੰ ਆਪਣੇ ਕਰ ਕਮਲਾਂ ਨਾਲ ਰੱਖੀ। ਇਸ ਨਾਲ ਗੁਰੂ ਘਰ ਦੀ ਸ਼ਾਨ ਵਿੱਚ ਹੋਰ ਵਾਧਾ ਹੋਇਆ। ਇਹਨਾਂ ਨਿਰਮਾਣ ਕਾਰਜਾਂ ਦੀ ਦੇਖਰੇਖ ਲਈ ਅਕਸਰ ਇਹ ਉੱਥੇ ਜਾਂਦੇ ਆਉਂਦੇ ਰਹਿੰਦੇ ਸਨ। ਵਾਰਾਣਸੀ ਦੀ ਉਹਨਾਂ ਦੀ ਆਖਰੀ ਫੇਰੀ 11 ਫਰਵਰੀ 2021 ਦੀ ਹੈ, ਜਦੋਂ ਇਹਨਾਂ ਨੇ ਹਾਲ ਦੇ ਲੈਂਟਰ ਦਾ ਕਾਰਜ ਕਰਵਾਇਆ। ਸੰਤ ਸੁਰਿੰਦਰ ਦਾਸ ਜੀ ਜੋ ਵੀ ਇਤਿਹਾਸਕ ਕਾਰਜ ਕੀਤੇ, ਡੇਰਾ ਸੱਚਖੰਡ ਵੱਲਾਂ ਦੇ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਕੀਤੇ। ਉਹ ਕਿਹਾ ਕਰਦੇ ਸਨ ਕਿ ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਮੁਖ ਤੋਂ ਨਿਕਲਿਆ ਹਰ ਸ਼ਬਦ ਮੇਰੇ ਲਈ ਇਲਾਹੀ ਹੁਕਮ ਹੈ, ਜਿਸ ਨੂੰ ਮੈਂ ਹਮੇਸ਼ਾ ਸਿਰ ਮੱਥੇ ਕਬੂਲ ਕੀਤਾ ਹੈ। ਸੰਤ ਸੁਰਿੰਦਰ ਦਾਸ ਜੀ ਨੇ ਪ੍ਰਭੂ ਬੰਦਗੀ ਦੇ ਨਾਲ ਨਾਲ ਸਮਾਜ ਸੇਵੀ ਕਾਰਜਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨਾਂ ਨੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਲਈ ਆਸ਼ਰਮ ਵਿਖੇ ਸਮੂਹਕ ਸ਼ਾਦੀ ਸਮਾਰੋਹ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਤੇ 2016 ਤੋਂ ਹਰ ਸਾਲ ਸ਼ਾਦੀ ਸਮਾਰੋਹ ਦਾ ਆਯੋਜਨ ਕਰਕੇ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਂਦੇ। ਇਸੇ ਦਿਨ 2020 ਤੱਕ 76 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ
ਸ਼ਾਦੀਆਂ ਕੀਤੀਆਂ ਜਾ ਚੁੱਕੀਆਂ ਹਨ। ਸੰਤਾਂ ਦਾ ਇਹ ਕਾਰਜ ਬਹੁਤ ਹੀ ਸਲਾਹੁਣਯੋਗ ਰਿਹਾ ਤੇ ਇਹਨਾਂ ਕਾਰਜਾਂ ਵਿੱਚ ਇਹਨਾਂ ਦੇ ਸਹਿਯੋਗੀ ਸੰਤ ਪ੍ਰਦੀਪ ਦਾਸ ਜੀ ਦਾ ਵਿਸ਼ੇਸ਼ ਯੋਗਦਾਨ ਵੀ ਰਿਹਾ। ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪਿੰਡ ਕੋਟ ਬਾਦਲ ਖਾਂ ਜ਼ਿਲ੍ਹਾ ਜਲੰਧਰ ਵਿਖੇ ਮਿਤੀ 21 ਜੂਨ 2018 ਨੂੰ B.R. ਅੰਬੇਡਕਰ ਫ੍ਰੀ ਟਿਊਸ਼ਨ ਸੈਂਟਰ ਖੁਲਵਾਇਆ, ਜਿਸ ਦਾ ਉਦਘਾਟਨ ਉਹਨਾਂ ਦੇ ਅਸ਼ੀਰਵਾਦ ਨਾਲ ਸੰਤ ਪ੍ਰਦੀਪ ਦਾਸ ਜੀ, ਗਿਆਨੀ ਪਰਮਜੀਤ ਸਿੰਘ ਜੀ, ਸ਼੍ਰੀ ਜਸਵਿੰਦਰ ਸਿੰਘ ਜੀ, ਸ਼੍ਰੀ D.C. ਭਾਟੀਆ ਅਤੇ ਸ਼੍ਰੀਮਤੀ ਨਿਰਮਲ ਭਾਟੀਆ ਨੇ ਕੀਤਾ। ਇਹ ਟਿਊਸ਼ਨ ਸੈਂਟਰ ਸ਼੍ਰੀ D.C. ਭਾਟੀਆ ਜੀ ਦੀ ਨਿਗਰਾਨੀ ਹੇਠ ਨਿਰੰਤਰ ਸੇਵਾਵਾਂ ਦੇ ਰਿਹਾ ਹੈ, ਜਿੱਥੋਂ ਬੱਚੇ ਉਜਵਲ ਭਵਿੱਖ ਲਈ ਚੰਗੇਰੀ ਵਿੱਦਿਆ ਦਾ ਗ੍ਰਹਿਣ ਕਰ ਰਹੇ ਹਨ। ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਲਈ ਆਸ਼ਰਮ ਵਿਖੇ ਸਮਾਜਿਕ ਚੇਤਨਾ ਚਿੰਤਨ ਸਮਾਰੋਹ ਦਾ ਆਯੋਜਨ 8 ਮਾਰਚ 2020 ਨੂੰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਬੁੱਧੀਜੀਵੀਆਂ ਨੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਵਿਸ਼ਿਆਂ ਤੇ ਖੋਜ ਪੱਤਰ ਪੜ੍ਹੇ। ਇਸ ਵਿੱਚ ਸੰਤ ਸੁਰਿੰਦਰ ਦਾਸ ਜੀ ਮਹਾਰਾਜ ਜੀ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਇਸ ਸਮਾਰੋਹ ਨਾਲ ਸੰਤ ਸੁਰਿੰਦਰ ਦਾਸ ਜੀ ਦਾ ਕੱਦ ਸਮਾਜ ਵਿੱਚ ਹੋਰ ਉੱਚਾ ਤੇ ਸਲਾਹੁਣਯੋਗ ਬਣਿਆ। ਸੰਗਤਾਂ ਦੀ ਸੁਵਿਧਾ ਲਈ ਅਤੇ ਖੋਜ ਪੱਤਰਾਂ ਤੋਂ ਸੇਧ ਪ੍ਰਾਪਤ ਕਰਨ ਲਈ ਸਾਰੇ ਖੋਜ ਪੱਤਰਾਂ ਨੂੰ ਇੱਕ ਪੁਸਤਕ ਦਾ ਰੂਪ ਦੇ ਕੇ ਉਸ ਦੀ 2000 ਕਾਪੀ ਤਿਆਰ ਕਰਵਾ ਕੇ 7 ਫਰਵਰੀ 2021 ਨੂੰ ਸੰਤ ਹਰੀਦਾਸ ਮਾਨਵ ਏਕਤਾ ਸੰਮੇਲਨ ਵਿੱਚ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੇ ਕਰ ਕਮਲਾਂ ਨਾਲ ਲੋਕ ਅਰਪਿਤ ਕਰਵਾਈ ਗਈ। ਸੰਤਾਂ ਦਾ ਇਹ ਹੋਰ ਵੀ ਸ਼ਲਾਘਾਯੋਗ ਕਾਰਜ ਰਿਹਾ, ਜਿਸ ਦੀ ਬੁੱਧੀਜੀਵੀ ਵਰਗ ਵਿੱਚ ਕਾਫੀ ਚਰਚਾ ਰਹੀ। ਸਤ ਭਾਖੈ ਰਵਿਦਾਸ, ਬਾਬਾ ਪਿਪਲ ਦਾਸ, ਗੁਰੂ ਸਰਵਨ ਦਾਸ, ਹਰੀਦਾਸ ਗੁਰ ਜੋਏ। ਸੋ ਹਮਰੀ ਰਕਸ਼ਾ ਕਰੈ, ਬਿਗਨ ਨ ਲਾਗੈ ਕੋਏ। ਧੰਨ ਧੰਨ ਸਤਿਗੁਰੂ ਗਰੀਬਦਾਸ, ਬੰਦੋ ਨਿਤ ਸੁਬਹ ਸ਼ਾਮ। ਚਰਨ ਕਮਲ ਕੋ ਨਮਸਕਾਰ, ਕੋਟ ਕੋਟ ਪ੍ਰਣਾਮ। ਧੰਨ ਧੰਨ ਸਰਗ ਬਾਬਾ ਪਿਪਲ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਸਰਵਨ ਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਤਥਾ ਗੱਦੀ ਤੇ ਬਿਰਾਜਮਾਨ ਆਦਰਨੀय परम सत्कारयोग दास ते हृदय सम्राट, परम सत्कारयोग गद्दी ते शोभित परम सत्कार सतगुरु स्वामी निरंजन दास जी महाराज, जिन्हां दे आशीर्वाद सदका आज ये जो समाजिक चिंता अते चिंतन दा जो प्रोग्राम है ये हो रहा है। सो आज जो साडे समाज नूं साडे देश दे विच हर पक्षों दरपेश औकड़ां मुश्किलां, चाहे वो एजुकेशन ते मसले च होवे, चाहे राजनीतिक, चाहे किसी पक्ष दे विच भी सर्विस दे विच होवे, साडे समान जो औकड़ां मुसीबतां जो परिस्थितियां पैदा होइयां हन, जो वंगार नज़र आ रही है, सारा समाज दी उस ते नज़र लगी हुई है। सो उस दे संदर्भ दे विच इन्हां गल्लां नूं विचारदे होए जो साडी ऑर्गेनाइज कमेटी है, जो कि पहले हर साल समूह शादी विवाह गरीब बच्चों दी शादियां भी हर साल करते हैं, ते आज ये आयोजन जो है जो कि समाज के इन्हां प्रॉब्लमां नूं समझदे हुए आज उन्होंने ये निर्णय किया सी दास के नाल विचार वटांदरा करके कि आप इस ते एक सैमीनार करना चाहिए है, जो कि पहले
ਕੁਝ ਦਿਨ ਪਹਿਲਾਂ ਤਕਰੀਬਨ 1.5-2 ਮਹੀਨੇ ਪਹਿਲਾਂ ਇੱਕ ਕੀਤਾ ਸੀ। ਉਸ ਤੋਂ ਬਾਅਦ ਇਹ ਦੂਸਰਾ ਜੋ ਪ੍ਰੋਗਰਾਮ ਹੈ ਇਹ ਅੱਜ ਕਰ ਰਹੇ ਹਾਂ। ਇਹ ਪ੍ਰੋਗਰਾਮ ਸਾਧ ਸੰਗਤ ਜੀ ਸਾਡੇ ਪਰਮ ਸਤਿਕਾਰਯੋਗ ਸਤਿਗੁਰੂ ਸਵਾਮੀ ਸਰਵਨਦਾਸ ਜੀ ਮਹਾਰਾਜ, ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ, ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ, क्योंकि ये चिंतन जो है सतगुरु स्वामी सरवनदास महाराज जी भी करते रहे और उन्होंने इस संदर्भ दे विच विद्या डेरे विच विद्या बच्चों नूं लिया के विद्या पढ़ाउण दा काम कीता। अते आप सब नूं पता है कि ये जो समाज पछाड़िया लताड़िया जिथे जिन्हां दे असीं किते जांदे सी ਜਾਂ ਮਤਲਬ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਅੱਜ ਵੀ ਸਾਡੇ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਤ ਹਨ। ਔਰ ਆਪ ਜੀ ਨੂੰ ਪਤਾ ਹੈ ਕਿ ਮੈਨੂੰ ਵੀ ਯਾਦ ਹੈ ਕਿ ਜਿਸ ਦੇਸ਼ ਦੇ ਵਿੱਚ ਸਾਡੇ ਇੱਕ ਰਾਸ਼ਟਰਪਤੀ ਇੱਕ ਮੰਦਰ ਦੇ ਵਿੱਚ ਨਹੀਂ ਜਾ ਸਕਦਾ, ਉਸ 'ਤੇ ਪਾਬੰਦੀ ਲੈ ਜਿਸ ਵੇਲੇ ਗਿਆਨੀ ਜੈਲ ਸਿੰਘ ਜੀ ਜਿਸ ਵੇਲੇ ਰਾਸ਼ਟਰਪਤੀ ਸਨ ਤੇ ਮੰਦਰ ਵਿੱਚ ਗਏ, ਉੱਥੇ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ ਕਿ ਮਤਲਬ ਇਹ ਇੱਕ ਅਛੂਤ ਹੈ, ਅਸ਼ੂਦਰ ਹੈ। ਸਾਡੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਵੇਲੇ ਪ੍ਰਧਾਨ ਮੰਤਰੀ ਸੀ, ਉਹਨਾਂ ਨੂੰ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ, ਕਿਹਾ ਕਿ ਮਤਲਬ ਇਹ ਇੱਕ ਮੁਸਲਮਾਨ ਦੀ ਬਹੂ ਹੈ। ਆਸ਼ਰਮ ਦੇ ਮੌਜੂਦਾ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਵੱਲੋਂ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਨਾਲ ਦੂਜਾ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ 12 ਜੂਨ 2022 ਨੂੰ ਕਰਵਾਇਆ ਜਾ ਰਿਹਾ ਹੈ, ਜਿਹੜਾ ਕਿ ਸਵਾਮੀ ਸਰਵਣਦਾਸ ਜੀ ਸੰਸਥਾਪਕ ਡੇਰਾ ਸੱਚਖੰਡ ਵੱਲਾਂ ਦੀ 50ਵੀਂ ਬਰਸੀ ਨੂੰ ਸਮਰਪਿਤ ਹੋਵੇਗਾ। ਸੰਤ ਸੁਰਿੰਦਰ ਦਾਸ ਜੀ ਨੂੰ ਡੇਰਾ ਸੱਚਖੰਡ ਵੱਲਾਂ ਦੀਆਂ 3 ਗੱਦੀਆਂ ਬ੍ਰਹਮਲੀਨ ਸ਼੍ਰੀ 108 ਸੰਤ ਹਰੀਦਾਸ ਜੀ, ਬ੍ਰਹਮਲੀਨ ਸ਼੍ਰੀ 108 ਸੰਤ ਗਰੀਬਦਾਸ ਜੀ ਤੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੀ ਸੇਵਾ ਕਮਾਉਣ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਮਾਜ ਪ੍ਰਤੀ ਉਸਾਰੂ ਕਾਰਜ ਕਰਦੇ ਹੋਏ ਆਪ ਸੰਖੇਪ ਬਿਮਾਰੀ ਪਿੱਛੋਂ 8 ਮਾਰਚ 2021 ਨੂੰ ਬ੍ਰਹਮਲੀਨ ਹੋ ਗਏ, ਜਿਸ ਨਾਲ ਸਮੁੱਚੀਆਂ ਸਤਿਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਦੇ ਹਿਰਦੇ ਬਲੁੰਦਰੇ ਗਏ। ਹਰ ਅੱਖ ਨੇ ਹੰਝੂ ਕੇਰੇ, ਹਰ ਉਸਾਰੂ ਸੋਚ ਵਾਲਾ ਵਿਅਕਤੀ ਖੁਦ ਨੂੰ ਹੌਲਾ ਮਹਿਸੂਸ ਕਰਨ ਲੱਗਾ। ਸਮੂਹ ਸੰਤ ਸਮਾਜ, ਬੁੱਧੀਜੀਵੀ ਵਰਗ ਤੇ ਰਾਜਨੇਤਾਵਾਂ ਨੇ ਇਹਨਾਂ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਉਹਨਾਂ ਦੇ ਪਾਰਥਿਕ ਸਰੀਰ ਨੂੰ 9 ਮਾਰਚ 2021 ਨੂੰ ਆਸ਼ਰਮ ਵਿਖੇ ਹੀ ਸੰਤ ਸਮਾਜ ਦੀ ਹਾਜ਼ਰੀ ਵਿੱਚ ਅਗਨ ਭੇਂਟ ਕੀਤਾ ਗਿਆ। ਸੰਤਾਂ ਦੀਆਂ ਅਸਥੀਆਂ ਨੂੰ ਅਸਥੀ ਕਲਸ਼ ਯਾਤਰਾ ਦੇ ਰੂਪ ਵਿੱਚ ਮਿਤੀ 17 ਮਾਰਚ 2021 ਨੂੰ ਆਸ਼ਰਮ ਕੂਪਰ ਢੇਪਰ ਤੋਂ ਚੱਲ ਕੇ ਡੇਰਾ ਸੱਚਖੰਡ ਵੱਲਾਂ ਦੇ ਮਹਾਂਪੁਰਸ਼ਾਂ ਸੰਤ ਨਿਰੰਜਨ ਦਾਸ ਜੀ ਪਾਸੋਂ ਆਸ਼ੀਰਵਾਦ ਲੈਂਦੇ ਹੋਏ ਰਵਾਨਗੀ ਲੈ ਕੇ ਹਰਿਦੁਆਰ ਵਿਖੇ ਸੰਤ ਹਰੀਦਾਸ ਉਦਾਸੀਨ ਆਸ਼ਰਮ ਵਿਖੇ ਪਹੁੰਚੇ। ਇਹਨਾਂ ਅਸਥੀਆਂ ਨੂੰ 18 ਮਾਰਚ 2021 ਨੂੰ ਸੰਤਾਂ ਮਹਾਂਪੁਰਸ਼ਾਂ ਨੇ ਹਰ ਕੀ ਪੌੜੀ ਵਿਖੇ ਜਲ ਪ੍ਰਵਾਹ ਕੀਤਾ। ਇਸ ਸਾਰੇ ਕਾਰਜ ਦੀ ਅਗਵਾਈ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੇ ਆਸ਼ੀਰਵਾਦ ਨਾਲ ਸੰਤ ਪ੍ਰਦੀਪ ਦਾਸ ਜੀ ਨੇ ਕੀਤੀ, ਜਿਹੜੇ ਕਿ ਸੰਤ ਸੁਰਿੰਦਰ ਦਾਸ ਜੀ ਦੇ ਸਹਿਯੋਗੀ ਸੇਵਾਦਾਰ ਬਣ ਕੇ ਪਿਛਲੇ 34 ਸਾਲਾਂ ਤੋਂ ਆਸ਼ਰਮ ਵਿਖੇ ਸੇਵਾਵਾਂ ਨਿਭਾ ਰਹੇ ਹਨ। ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਦਾ ਸ਼ਰਧਾਂਜਲੀ ਸਮਾਰੋਹ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ 24 ਮਾਰਚ 2021 ਨੂੰ ਆਸ਼ਰਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਨੇ ਸੰਤ ਸੁਰਿੰਦਰ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਨਾਲ ਆਪਣੀ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਤੇ ਸਮੂਹ ਸੰਤ ਸਮਾਜ ਨੇ ਸੰਤ ਨਿਰੰਜਨ ਦਾਸ ਜੀ ਦੀ ਸਰਪ੍ਰਸਤੀ ਹੇਠ ਸੰਤ ਸੁਰਿੰਦਰ ਦਾਸ ਜੀ ਦੇ ਚੇਲੇ ਸੇਵਾਦਾਰ ਸੰਤ ਪ੍ਰਦੀਪ ਦਾਸ ਜੀ ਨੂੰ ਉਹਨਾਂ ਦਾ ਜਾਨਸ਼ੀਨ ਥਾਪ ਕੇ ਸੰਤ ਹਰੀਦਾਸ ਜੀ ਉਦਾਸੀਨ ਆਸ਼ਰਮ ਦੀ ਬਾਗਡੋਰ ਸੰਭਾਲੀ। ਦਸਤਾਰਬੰਦੀ ਉਪਰੰਤ ਸੰਤ ਪ੍ਰਦੀਪ ਦਾਸ ਜੀ ਨੇ ਸਮੂਹ ਸੰਤ ਸਮਾਜ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਸੰਤਾਂ ਵੱਲੋਂ ਚਲਾਏ ਜਾ ਰਹੇ ਸਾਰੇ ਕਾਰਜਾਂ ਨੂੰ ਅਗਾਂਹ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ। ਆਪਣੇ ਚੰਗਾ ਬੋਲੀ ਤੇ ਆਦਰ ਕਰੀ, ਸਾਰਿਆਂ ਦਾ ਸਤਿਕਾਰ ਕਰੀ। ਸਾਧੂਆਂ ਸੰਤਾਂ ਨੇ ਬੜਾ ਉਪਕਾਰ ਕੀਤਾ, ਉਹਨਾਂ ਲੋਕਾਂ ਨੇ ਵੀ ਉਪਕਾਰ ਕੀਤਾ ਤੇ ਹੁਣ ਤੂੰ ਤੋੜ ਨਿਭਾ ਕੇ ਦਿਖਾ। मोबाइल साइड पे करो।
सरवनदास जी महाराज पावन दरबार डेरा सचखंड बल्ला तो बरसाए हुए संत सुरिंदरदास जी महाराज जी ने, जिन्हों के उत्ते सतगुरु स्वामी हरिदास जी ने बख्शिश करके कृपा की और संत सुरिंदरदास जी महाराज जी सानू सारिਆਂ ਨੂੰ सदीवी विछोड़ा दे गए। अज तो एक मंडल महापुरखों ने दास से बहुत बड़ी कृपा की। दास सारे महापुरखों का ऋणी है, जिन्होंने इस स्थान से आकर के दास को निवाजिया। मैं महापुरखों का तह दिल तो ऋणी हाँ और महापुरखों का आदर मान सत्कार करता रहूँगा। संगत ने भी बहुत बड़ी बख्शिश की है, जिन्होंने मेरे इस जीवन काल के अंदर 34 साल के अंदर सूचियाँ इलाका निवासी संगतां ने और पंचायतों ने जो संत सुरिंदरदास जी महाराज के नाम को इतना नामना किया है। सारे इलाके निवासी संगतां का भी ऋणी हाँ और दास अपने तह दिल तो ये चाहता है कि मैं सारी संगतां का इस तरह ही आभारी रहूँगा और सेवा निभाता रहूँगा। एक मंडल महापुरखों का सारे का तह दिलों धन्यवाद। सतनाम श्री वाहिगुरू, सतनाम श्री वाहिगुरू। जगत रविदास महाराज की जय, सतगुरु स्वामी सरवणदास महाराज की जय। संत प्रदीप दास जी ने आश्रम का कारज बखूबी संभालते हुए सारे कारज करने शुरू किए। उन्होंने ब्रह्मलीन संत सुरिंदरदास जी की याद को ताज़ा रखने लई आश्रम विखे संतां दे अंगीठा साहब की उसारी करवाउण दा कारज आरंभिया, जो बखूबी चल रहा है, जिसका नींह पत्थर 14 जून 2021 ਨੂੰ संत समाज ਵੱਲੋਂ रखा गया। लोड़वंद परिवारों ਦੀਆਂ शादियां ਦੀ ਲੜੀ ਨੂੰ ਅਗਾਂਹ ਵਧਾਉਂਦੇ ਹੋਏ 28 ਨਵੰਬਰ 2021 ਨੂੰ संत सखीनाथ जी आश्रम डाढा हुशियारपुर विखे 6 लड़कियां ਦੀਆਂ शादियां श्री 108 संत निरंजन दास जी के आशीर्वाद नाल संत प्रदीप दास जी ਵੱਲੋਂ करवाईयां गईयां ते एक लड़की ਨੂੰ ਵਿਆਹ ਦਾ ਸਮਾਨ घर ਵਿੱਚ ही दिता गया। इस तरह संत प्रदीप दास जी ਵੱਲੋਂ ब्रह्मलीन संत सुरिंदर दास जी द्वारा चलाई गई इस पिरत ਨੂੰ ਅਗਾਂਹ ਵਧਾਇਆ, जो कि सलाहणयोग है। संत सुरिंदर दास जी ਦੀਆਂ समाज प्रति अनेकों प्राप्तियां हैं, जिन्हां नाल हमेशा इन्हां नूं याद रखा जाता रहेगा अते संत समाज विच इन्हां दा नाम बहुत ही सत्कार नाल लिया जाता रहेगा। संतां वल्लों पाए पूर्णियां ते अगांह वधना ही उन्हां प्रति सच्ची श्रद्धांजलि होवेगी। समूह संगतां नूं जय गुरुदेव, धन गुरुदेव। प्यारो प्राणनाथ कवन भगत ते साध संगत पाई परम गते। दरब खर्च सत पात्र मैं जन्म जाए गुरु सेव। हर सिमरन मैं चित जे बहु पंडित श्रुत भेव। जिन पिया सार रस तजे आन रस होए रस मगन डारे बिख खोए। संत सुरिंदर दास जी महाराज जिन्हां दे जीवन के प्रति अज असीं विचार करन जा रहे हैं। जिन्हां महापुरखों का जीवन बचपन तो लैके आखिरी श्वासां तक पावन दरबार डेरा सचखंड वल्ला बाबा पिपल दास जी महाराज, सतगुरु स्वामी सरवणदास जी महाराज, सतगुरु स्वामी हरिदास जी महाराज, सतगुरु स्वामी गरीबदास जी महाराज, मौजूदा गद्दी नशीन सतगुरु स्वामी लिंगदास जी महाराज जी ਨੂੰ पूर्ण समर्पित रहा ਅਤੇ समाज ਨੂੰ समर्पित रहा। ਉਹ गुरु चरणों के नाल हर समय जुड़ के ਰਹਿੰਦੇ और गुरु दरबार ਦੀਆਂ ਉੱਚੀਆਂ ਸੁੱਚੀਆਂ ਸੇਵਾਵਾਂ ਨੂੰ, समाज ਦੀਆਂ ਸੇਵਾਵਾਂ ਨੂੰ ਲੈ ਕਰਕੇ ਅੱਗੇ ਚੱਲਦੇ। एक विद्वान होने के नाते उन्होंने अंदर बहुत ही कशिश सी कि समाज एक चंगी सेहत वाल जावे और जो अज तक समाज के अंदर कुरीतियाँ
ਉਹਨਾਂ ਤੋਂ ਵੀ ਪੂਰਨ ਸੁਚੇਤ ਰਹਿੰਦੇ ਔਰ ਸਮਾਜ ਨੂੰ ਸੁਚੇਤ ਕਰਦੇ। ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਜਾ ਕਰਕੇ ਉਹਨਾਂ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਮਿਸ਼ਨ ਨੂੰ ਤਤਪਰ ਰਹਿੰਦਿਆਂ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਮੁੱਚੀ ਸੰਗਤਾਂ ਨੂੰ ਸੱਚੀ ਸੇਧ ਦਿੱਤੀ। ਔਰ ਤਿੰਨਾਂ ਮਹਾਂਪੁਰਖਾਂ ਨੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪਾਵਨ ਜਨਮ ਸਥਾਨ ਦੀਆਂ ਸੇਵਾਵਾਂ ਦੇ ਵਿੱਚ ਰਾਤ ਦਿਨ ਅਣਥੱਕ ਮਿਹਨਤ ਕਰਕੇ ਉਸ ਸਥਾਨ ਦੇ ਉੱਤੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਜਿਤਨੇ ਵੀ ਸਮੇਂ ਦੇ ਮੁੱਖ ਮੰਤਰੀ ਰਹੇ, ਸਮੇਂ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੂੰ ਪਾਵਨ ਦਰਬਾਰ ਡੇਰਾ ਸੱਚਖੰਡ ਬੱਲਾ ਦੇ ਨਾਲ ਜੋੜ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਜਨਮ ਸਥਾਨ ਦੀਆਂ ਸੇਵਾਵਾਂ ਨੂੰ ਬਹੁਤ ਹੀ ਅਗਾਂਹ ਵਧੂ ਕਰਦਿਆਂ ਹੋਇਆਂ, ਜਿਸ ਤਰ੍ਹਾਂ ਕਿ ਬਾਬੂ ਕਾਂਸ਼ੀ ਰਾਮ ਜੀ 7 ਅਪ੍ਰੈਲ 1994 ਤੋਂ ਤਿੰਨਾਂ ਵੱਲੋਂ ਦੁਆਰਾ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਦੀ ਰਹਿਨਮਾਈ ਦੇ ਹੇਠ 7 ਫੁੱਟ ਉੱਚੇ ਸਵਰਨ ਕਲਸ਼ ਸੁਸ਼ੋਭਿਤ ਕੀਤੇ। ਔਰ ਮਾਇਆਵਤੀ ਜੀ ਦੀ ਸਰਕਾਰ ਵੱਲੋਂ ਵੀ ਸਮਾਰਕ ਪਾਰਕ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਗਵਾਂ ਖਾਟ ਦੇ ਉੱਤੇ ਸਥਾਪਿਤ ਕਰਵਾਏ। ਔਰ ਅੱਜ ਸਮੇਂ ਦੀ ਮੌਜੂਦਾ ਸਰਕਾਰ, ਪ੍ਰਧਾਨ ਮੰਤਰੀ ਜੀ ਤਥਾ ਸਮੇਂ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੁਆਰਾ ਉੱਥੇ ਬਹੁਤ ਹੀ ਵੱਡੀਆਂ ਮੰਜ਼ਿਲਾਂ, ਇਮਾਰਤਾਂ ਔਰ ਕਿਤਨੇ ਹੀ ਜ਼ਮੀਨ ਐਕਵਾਇਰ ਕਰਕੇ ਸਰਕਾਰ ਦੁਆਰਾ ਅੱਜ ਤਕਰੀਬਨ 200 ਕਰੋੜ ਤੋਂ ਉੱਤੇ ਦੀ ਲਾਗਤ ਦੇ ਨਾਲ ਜੋ ਸੇਵਾਵਾਂ ਚੱਲ ਰਹੀਆਂ, ਇਹ ਸਾਰਾ ਹੀ ਵੱਡਮੁੱਲਾ ਯੋਗਦਾਨ ਸੰਤ ਸੁਰਿੰਦਰ ਦਾਸ ਜੀ, ਸੰਤ ਰਾਮਾਨੰਦ ਜੀ ਮਹਾਰਾਜ ਜੀ ਮਹਾਂਪੁਰਖਾਂ ਨੇ ਆਪਣੇ ਜੀਵਨ ਨੂੰ ਗੁਰੂ ਚਰਨਾਂ ਦੇ ਉੱਤੇ ਨਿਸ਼ਾਵਰ ਕੀਤਾ। ਉਹਨਾਂ ਮਹਾਂਪੁਰਖਾਂ ਦਾ ਤਾਤਪਰੇ ਜਿੱਥੇ ਪ੍ਰਭੂ ਦੀ ਬੰਦਗੀ ਸੀ, ਉੱਥੇ ਸਮਾਜ ਦੀ ਸੇਵਾ ਵੀ ਸੀ। ਉਹਨੂੰ ਨਿਭਾਉਂਦਿਆਂ ਹੋਇਆਂ ਉਹਨਾਂ ਨੇ ਆਪਣਾ ਸਾਰਾ ਜੀਵਨ ਕਾਲ ਸਮਾਜ ਨੂੰ ਸਮਰਪਿਤ ਕੀਤਾ ਅਤੇ ਤਕਰੀਬਨ 72 ਲੜਕੀਆਂ ਦੀਆਂ ਸ਼ਾਦੀਆਂ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਕੀਤੀਆਂ। ਸਮਾਜ ਦੇ ਅੰਦਰ ਚੇਤਨਾ ਚਿੰਤਨ ਸਮਾਗਮ ਕਰਵਾਏ। ਹੋਰ ਹੀ ਬੇਅੰਤ ਉਹਨਾਂ ਮਹਾਂਪੁਰਖਾਂ ਵੱਲੋਂ ਸਮਾਜ ਦੇ ਅੰਦਰ ਬੱਚਿਆਂ ਨੂੰ ਇਸ ਤਰ੍ਹਾਂ ਕਿ ਪੜ੍ਹਾਈ ਦੇ ਅੰਦਰ ਵੀ ਯੋਗਤਾ, ਬੱਚਿਆਂ ਨੂੰ ਟਿਊਸ਼ਨ ਸੈਂਟਰ ਖੋਲ੍ਹ ਕੇ ਕਿਤਨੇ ਹੀ ਸਥਾਨਾਂ 'ਤੇ ਦਿੱਤੇ। ਉਹ ਕੋਟ ਬਾਦਲਖਾਂ ਵਿਖੇ ਤਕਰੀਬਨ 180 ਬੱਚੇ ਅੱਜ ਵੀ ਜੋ ਟਿਊਸ਼ਨ ਸੈਂਟਰ ਤੋਂ ਦੁਆਰਾ ਗਰੀਬ ਵਰਗ ਦੇ ਬੱਚੇ ਫਾਇਦਾ ਲੈ ਰਹੇ ਹਨ। ਉਹਦੇ ਵਿੱਚ ਸਮਾਜ ਦੇ ਜੋ ਸਾਡੇ ਨਾਲ ਜੁੜੀ ਪ੍ਰਬੰਧਕ ਕਮੇਟੀ ਹੈ, ਉਹਨਾਂ ਦਾ ਵੱਡਾ ਯੋਗਦਾਨ ਹੈ। ਸਤਿਗੁਰੂ ਪਾਤਸ਼ਾਹ ਇਸ ਤਰ੍ਹਾਂ ਆਪ ਦੇ ਚਰਨ ਕਮਲਾਂ ਦਾ ਉਤਾਸਰਾ ਬਖਸ਼ਿਸ਼ ਕਰਕੇ ਇਹਨਾਂ ਆਪਣੇ ਕਾਰਜਾਂ ਨੂੰ ਆਪ ਹੀ ਮਾਝੋ ਹੋ ਕੇ ਸਾਈ ਹੋਣ, ਕਿਰਪਾ ਕਰਨ। ਇਸ ਤਰ੍ਹਾਂ ਹੀ ਸੰਗਤਾਂ ਦੇ ਉੱਤੇ ਆਪਣੇ ਮਿਹਰ ਭਰਿਆ ਹੱਥ ਬਖਸ਼ਿਸ਼ ਕਰਦੇ ਰਹਿਣ ਜੀ। ਸਤਿਨਾਮ ਸ੍ਰੀ ਵਾਹਿਗੁਰੂ।